ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਏਕ ਓਂਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਕਹਾਂ ਤੁਛ ਪ੍ਰਬੁੱਧ ਹਮਾਰੀ, ਵਰਨ ਸਕੂੰ ਮਹਿਮਾ ਜੋ ਤਿਹਾਰੀ। ਹਮ ਨਾ ਸਗਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਬਕਾਰ। ਤਿਨ ਸੰਤਨ ਕੋ ਬੰਦਨ, ਸਿਰ ਚਰਨਨ ਪਰ ਧਾਰ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸੂਖ ਸਹਿਜ ਆਨੰਦ ਘਣੇ, ਗੁਰ ਪੂਰਾ ਪੂਰੀ ਜਾ ਕੀ ਬਾਣੀ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ। ਅਰਥ ਧਰਮ ਕਾਮ ਮੋਹ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਬਦਾਤਾ। ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰੈ ਗੁਰ ਆਣਿਆ। ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰੈ ਗੁਰ ਆਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਪ ਬਡਭਾਗੇ ਹੋ ਜੋ ਕਿ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਹਰ ਰੋਜ਼ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸਜ ਕਰਕੇ ਪਰਮ ਪਵਿੱਤਰ ਗੁਰਬਾਣੀ ਦਾ ਕੀਰਤਨ ਭਾਈ ਰਾਮ ਸਿੰਘ ਜੀ ਦੇ ਕੀਰਤਨੀ ਜਥੇ ਤੋਂ ਸ਼ਰਵਣ ਕਰਦੇ ਹੋਏ ਆਨੰਦ ਮਾਣਦੇ ਹੋ ਅਤੇ ਗੁਰੂ ਸਾਹਿਬ ਜੀ ਦੀਆਂ ਪਾਵਨ ਖੁਸ਼ੀਆਂ ਪ੍ਰਾਪਤ ਕਰਦੇ ਹੋ। ਅੱਜ ਦਾ ਜੋ ਪਵਿੱਤਰ ਸ਼ਬਦ ਹੈ ਇਹ ਬਿਲਾਵਲ ਰਾਗ ਵਿੱਚੋਂ ਹੈ। ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਤਿਗੁਰੂ ਗਰੀਬ ਨਿਵਾਜ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਗੇ ਅਤੇ ਗੁਰਬਾਣੀ ਦੀ ਮਹਾਨਤਾ ਬਾਰੇ ਕਥਨ ਕਰਨਗੇ। ਇਹ ਜੋ ਪਰਮ ਪਵਿੱਤਰ ਗੁਰਬਾਣੀ ਹੈ, ਇਸ ਦੀ ਮਹਿਮਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਔਰ ਜਿਹੜੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੁਆਰਾ ਉਸ ਅਕਾਲ ਪੁਰਖ ਜੀ ਦਾ ਜਸ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਸ਼ੁਭ ਗੁਰਮਤਿ ਦੇ ਅਨੁਸਾਰ ਮਨੋਕਾਮਨਾ ਪੂਰਨ ਹੁੰਦੀਆਂ ਹਨ। ਸੋ ਸਾਰੀਆਂ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਦੇ ਹੋਏ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਕੇ ਬੋਲੋ ਸਤਿਨਾਮ।
ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ। ਮਾਤ ਪਿਤਾ ਸੁਤ ਬੰਧਪ ਭਾਈ। ਇਹ ਪੰਜ ਰਿਸ਼ਤੇ ਹਨ ਜਿਹੜੇ ਬੜੇ ਗਾੜੇ ਰਿਸ਼ਤੇ ਮੰਨੇ ਹਨ। ਮਾਤਾ, ਪਿਤਾ, ਪੁੱਤਰ, ਬੰਧਪ ਸੰਬੰਧੀ, ਭਾਈ ਭਰਾ। ਇਹ ਗੁਰਸਿੱਖਾਂ ਨੇ ਆਪਣੇ ਸਾਰੇ ਨਾਤੇ ਉਸ ਅਕਾਲ ਪੁਰਖ ਨਾਲ ਜੋੜੇ ਹਨ। ਮਾਤਾ ਵਾਤੋਂ ਅਕਾਲ ਪੁਰਖ ਜੀਵ ਦੀ ਪਾਲਣਾ ਕਰਦਾ ਹੈ। ਪਿਤਾ ਵੱਤ ਸੰਕਟਾਂ ਤੋਂ ਰੱਖਿਆ ਕਰਦਾ ਹੈ। ਪੁੱਤਰ ਵੱਤ ਜਿਵੇਂ ਆਗਿਆਕਾਰੀ ਹੋ ਕੇ ਕਾਰਜ ਕਰਦਾ ਹੈ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵੀ ਆਪਣੇ ਭਗਤਾਂ ਦੇ ਕਾਰਜ ਸਵਾਰਦਾ ਹੈ। ਬੰਧਪ ਸੰਬੰਧੀਆਂ ਦੀ ਨਿਆਈ ਔਖੇ ਵੇਲੇ ਕੰਮ ਆਉਂਦਾ ਹੈ। ਭਾਈ ਭਰਾਵਾਂ ਦੀ ਨਿਆਈ ਇਸ ਨਾਲ ਉਹ ਪਿਆਰ ਕਰਦਾ ਹੈ। ਭਾਵ ਇਹ ਪੰਜੇ ਨਾਤੇ ਹੀ ਅਕਾਲ ਪੁਰਖ ਨਾਲ ਸਤਿਗੁਰੂ ਜੀ ਮਹਾਰਾਜ ਨੇ ਜੋੜੇ ਹਨ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਬੰਧਪ ਸਹੋਦਰਾ। ਇਹ ਸਾਰਾ ਸ਼ਬਦ ਵਾਚ ਕਰਕੇ 52 ਅੱਖਰੀ ਦਾ ਵੇਖ ਲਵੋ। ਉਸ ਅਕਾਲ ਪੁਰਖ ਦੇ ਨਾਲ ਹੀ ਸਾਰੇ ਰਿਸ਼ਤੇ ਗੁਰਸਿੱਖ ਨੇ ਕਾਇਮ ਕੀਤੇ ਹਨ। ਇਸ ਕਰਕੇ ਹਜ਼ੂਰ ਫਰਮਾਉਂਦੇ ਹਨ ਕਿ ਉਹ ਵਾਹਿਗੁਰੂ ਜੋ ਅਕਾਲ ਪੁਰਖ ਹੈ, ਮਾਤਾ, ਪਿਤਾ, ਪੁੱਤਰ ਤੇ ਬੰਧਪ ਤੇ ਭਾਈ, ਇਹ ਸਾਰੇ ਹੀ ਸੰਬੰਧਾਂ ਨੂੰ ਪੂਰਨ ਕਰਦਾ ਹੈ। ਅਸੀਂ ਉਹਦੇ ਨਾਲ ਹੀ ਆਪਣੇ ਸਾਰੇ ਨਾਤੇ ਜੋੜੇ ਹਨ। ਨਾਨਕ ਹੁਆ ਪਾਰ ਬ੍ਰਹਮ ਸਹਾਈ। ਪਾਰ ਬ੍ਰਹਮ ਪਰਮੇਸ਼ਰ ਸਾਡਾ ਲੋਕ ਪਰਲੋਕ ਵਿੱਚ ਸਹਾਈ ਸਹਾਇਕ ਹੋਇਆ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰਾ ਸੰਗ ਸਹਾਈ। ਉਹ ਵਾਹਿਗੁਰੂ ਜਿੱਥੇ ਕੋਈ ਵੀ ਇਹਦੀ ਰੱਖਿਆ ਸਹਾਇਤਾ ਕਰਨ ਵਾਲਾ ਨਹੀਂ, ਜਿੱਥੇ ਮਾਤਾ ਪਿਤਾ ਸੁਤ ਪੁੱਤਰ ਤੇ ਬੰਧਪ ਸੰਬੰਧੀ ਭਰਾ ਰੱਖਿਆ ਨਹੀਂ ਕਰ ਸਕਦੇ ਹਨ, ਉੱਥੇ ਆਪ ਹੀ ਪਾਰ ਬ੍ਰਹਮ ਪਰਮੇਸ਼ਰ ਭਾਈ ਸਹਾਈ ਸਹਾਇਕ ਹੋਇਆ ਹੈ। ਕਿਉਂਕਿ ਮਾਤਾ ਵੀ ਆਪਣੇ ਪੁੱਤਰ ਦੀ ਕਿਸੇ ਦਰਜੇ ਤੱਕ ਪਾਲਣਾ ਕਰਦੀ ਹੈ, ਪਿਤਾ ਰੱਖਿਆ ਕਰਦਾ ਹੈ, ਪੁੱਤਰ ਆਗਿਆਕਾਰੀ ਹੋ ਕੇ ਵਰਤਦਾ ਹੈ, ਬੰਧਪ ਸਹਾਇਕ ਹੁੰਦੇ ਹਨ, ਭਰਾ ਪ੍ਰੀਤੀ ਕਰਕੇ ਹੱਥ ਵਟਾਉਂਦੇ ਹਨ। ਸੋ ਜਿੱਥੇ ਇਹ ਪੰਜੇ ਹੀ ਨਾਤੇ ਅਸਫਲ ਹੋ ਜਾਣ, ਭਾਵ ਇਸ ਜੀਵ ਦੀ ਸਹਾਇਤਾ ਨਾ ਕਰ ਸਕਣ, ਉੱਥੇ ਪਾਰ ਬ੍ਰਹਮ ਪਰਮੇਸ਼ਰ ਹੀ ਜੀਵ ਦਾ ਸਹਾਈ ਹੈ, ਸਹਾਇਕ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ ਕਿ ਆਪੋ ਆਪਣੇ ਦਰਜੇ ਤੇ ਮਾਤਾ ਪਿਤਾ, ਪੁੱਤਰ ਸੰਬੰਧੀ, ਪੁੱਤਰ ਤੇ ਬੰਧਪ ਸੰਬੰਧੀ ਤੇ ਭਾਈ ਸਾਰੇ ਸਤਿਕਾਰਯੋਗ ਹਨ, ਪਿਆਰਯੋਗ ਹਨ। ਕਿਉਂਕਿ ਇਹ ਸਾਰੇ ਨਾਤੇ ਬੜੇ ਗਾੜੇ ਹਨ, ਸਤਿਕਾਰ ਪਿਆਰਯੋਗ ਜ਼ਰੂਰ ਹਨ ਔਰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਪਰੰਤੂ ਜਿੱਥੇ ਇਹ ਸਹਾਇਤਾ ਨਾ ਕਰ ਸਕਣ, ਉੱਥੇ ਤਾਂ ਫਿਰ ਅਕਾਲ ਪੁਰਖ ਹੀ ਸਹਾਇਕ ਹੈ। ਇਸ ਕਰਕੇ ਇਹ ਜਿਹੜੇ ਨਾਤੇ ਹਨ, ਇਹ ਵੀ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੇ ਹਨ। ਇਸ ਕਰਕੇ ਅਸੀਂ ਅਕਾਲ ਪੁਰਖ ਨੂੰ ਹੀ ਸਾਰਿਆਂ ਦਾ ਪੈਦਾ ਕਰਨ ਵਾਲਾ ਜਾਣ ਕਰਕੇ ਉਹਦਾ ਸ਼ੁਕਰਾਨਾ ਕਰਦੇ ਹਾਂ। ਉਹ ਪਾਰ ਬ੍ਰਹਮ ਪਰਮੇਸ਼ਰ ਸਾਡਾ ਸਹਾਈ ਸਹਾਇਕ ਹੋਇਆ ਹੈ। ਸੂਖ ਸਹਿਜ ਆਨੰਦ ਘਣੇ। ਵਾਹਿਗੁਰੂ ਦੀ ਕਿਰਪਾ ਦੁਆਰਾ ਸਾਨੂੰ ਰੂਹਾਨੀ ਸੁੱਖ ਪ੍ਰਾਪਤ ਹੋਏ ਹਨ। ਸਹਿਜ ਸੁਭਾਵਕ ਹੀ ਆਨੰਦ ਘਣੇ, ਘਣਾ ਆਨੰਦ ਪ੍ਰਾਪਤ ਹੋਇਆ ਹੈ। ਸੂਖ ਸਹਿਜ, ਸਹਿਜ ਗਿਆਨ ਨੂੰ ਪ੍ਰਾਪਤ ਕਰਕੇ ਹੀ ਸਾਰੇ ਸੁੱਖ ਹਨ। ਜਿੰਨੇ ਦੁੱਖ ਹਨ ਅਗਿਆਨਤਾ ਵਿੱਚ ਹਨ। ਜਿਹੜਾ ਗਿਆਨਵਾਨ ਹੈ ਉਹ ਦੁੱਖ ਨੂੰ ਵੀ ਸੁੱਖ ਵਿੱਚ ਬਦਲ ਲੈਂਦਾ ਹੈ। ਜਾਂ ਤਾਂ ਉਹ ਇਹ ਸਮਝਦਾ ਹੈ ਕਿ ਮੇਰੇ ਕੋਈ ਪਿਛਲੇ ਕਰਮ ਦਾ ਫਲ ਹੈ, ਜਾਂ ਸਮਝਦਾ ਹੈ ਕਿ ਵਾਹਿਗੁਰੂ ਮੇਰੇ ਤੇ ਪਰਚਾ ਪਾ ਕਰਕੇ ਕਸਵੱਟੀ ਲਾ ਕੇ ਮੈਨੂੰ ਕੋਈ ਉੱਚਾ ਰੁਤਬਾ, ਉੱਚੀ ਪਦਵੀ ਦੇਣੀ ਚਾਹੁੰਦੇ ਹਨ। ਭਾਵ ਗੁਰਸਿੱਖ ਵਿਚਾਰ ਦੇ ਸਹਿਤ ਦੁੱਖ ਨੂੰ ਦੁੱਖ ਹੀ ਨਹੀਂ ਮੰਨਦਾ ਹੈ।
ਸੂਖ ਸਹਿਜ ਸਹਿਜ ਗਿਆਨ ਦੁਆਰਾ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਆਨੰਦ ਕਣੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਪ੍ਰਾਪਤ ਹੋ ਜਾਵੇ, ਉਹਨਾਂ ਗੁਰਮੁਖ ਪਿਆਰਿਆਂ ਨੂੰ ਘਣਾ ਇੱਕ ਰਸ ਗਾੜਾ ਜੋ ਆਨੰਦ ਹੈ ਇਹ ਪ੍ਰਾਪਤ ਹੁੰਦਾ ਹੈ। ਕਿਉਂਕਿ ਆਨੰਦ ਦੁਨਿਆਵੀ ਵਸਤੂਆਂ ਵਿੱਚ ਵੀ ਹਨ, ਪਦਾਰਥਾਂ ਵਿੱਚ ਵੀ ਹਨ, ਪਰ ਇਹ ਜਿੰਨੇ ਆਨੰਦ ਹਨ ਤੁੱਛ ਹਨ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਬ ਉਹ ਤਿਰਿਓ ਕੰਤ ਕਹਾਵਾ। ਜੋ ਵੈ ਭੂਮਾ ਤਤ ਸੁਖੰ ਨ ਸੁਖੰ ਅਲਪੰ ਅਸਤੀ। ਇਸੇ ਤਰ੍ਹਾਂ ਉਪਨਿਸ਼ਦ ਵਿੱਚ ਵੀ ਇਹ ਗੱਲ ਦੱਸੀ ਹੈ ਕਿ ਜੋ ਤੇਰੀ ਆਤਮਾ ਵਿੱਚ ਸੁਖ ਹੈ ਉਹ ਦੁਨੀਆ ਦੇ ਪਦਾਰਥਾਂ ਵਿੱਚ ਸੁਖ ਨਹੀਂ, ਉਹ ਤੁੱਛ ਮਾਤਰ ਹਨ। ਕਿਉਂਕਿ ਤਸਿਆ ਲੇਸ਼ ਮਾਤਰੇਣ ਸਰਵੰ ਆਨੰਦੀ ਭਵੰਤੀ। ਤਸਿਆ ਥੋੜ੍ਹਾ ਮਾਤਰ, ਲੇਸ਼ ਮਾਤਰ ਆਤਮਾ ਦੇ ਸੁੱਖ ਨੂੰ ਪਾ ਕਰਕੇ ਜਾਂ ਦੁਨੀਆ ਦੇ ਜਿਹੜੇ ਲੇਸ਼ ਮਾਤਰ ਸੁੱਖ ਹਨ ਪ੍ਰਾਪਤ ਹੋ ਰਹੇ ਹਨ। ਜੇ ਸਾਡੇ ਸਰੀਰ ਵਿੱਚੋਂ ਆਤਮਾ ਵਿਜੋਗ ਦੇ ਜਾਵੇ ਤੇ ਅੱਖਾਂ ਵੇਖਣ ਦਾ ਕੋਈ ਦ੍ਰਿਸ਼ ਦਾ ਆਨੰਦ ਅਨੁਭਵ ਨਹੀਂ ਕਰ ਸਕਦੀਆਂ, ਕੰਨ ਸੁਣਨ ਦਾ ਕੋਈ ਆਨੰਦ ਪ੍ਰਾਪਤ ਨਹੀਂ ਕਰ ਸਕਦੇ, ਰਸਨਾ ਕਿਸੇ ਪਦਾਰਥ ਦੇ ਚਖਣ ਦਾ ਆਨੰਦ ਅਨੁਭਵ ਨਹੀਂ ਕਰ ਸਕੇਗੀ। ਇਸੇ ਤਰ੍ਹਾਂ ਪੈਰ ਹੱਥ ਸਾਰੇ ਸਰੀਰ ਦੀ ਕਿਰਿਆ ਜਾਣ ਲਵੋ। ਬੁੱਧੀ ਤੇ ਮਨ ਜਿਹੜੇ ਹਨ, ਮਨ ਸੰਕਲਪ ਦਾ ਤੇ ਬੁੱਧੀ ਵਿਚਾਰ ਦਾ ਕੋਈ ਸੰਕਲਪ ਤੱਕ ਨਹੀਂ ਕਰ ਸਕੇਗੀ। ਕਿਉਂਕਿ ਆਤਮਾ ਆਸਰੇ ਸਾਰਾ ਸਰੀਰ ਔਰ ਇੰਦਰੀਏ ਮਨ ਬੁੱਧ ਕਾਰਜ ਕਰ ਰਹੇ ਹਨ। ਇਸ ਕਰਕੇ ਫਿਰ ਆਤਮਾ ਜਿਹੜੀ ਹੈ ਉਹ ਸਾਰੇ ਸੁੱਖਾਂ ਦਾ ਮੂਲ ਦੁਆਰ ਹੈ। ਜਦੋਂ ਆਤਮਾ ਸਰੀਰ ਦਾ ਤਿਆਗ ਕਰ ਜਾਂਦੀ ਹੈ ਫਿਰ ਵੇਖ ਲਓ ਇਹ ਸਰੀਰ ਦੇ ਨਾਲ ਸਾਰਿਆਂ ਦੀ ਨਫ਼ਰਤ ਹੋ ਜਾਂਦੀ ਹੈ। ਜੇ ਆਤਮਾ ਇਹਨੂੰ ਤਿਆਗ ਜਾਂਦੀ ਹੈ ਤਾਂ ਇਹਨੂੰ ਸਾਰੇ ਰਿਸ਼ਤੇਦਾਰ ਵੀ ਤਿਆਗ ਜਾਂਦੇ ਹਨ ਔਰ ਕਾਢੋ ਕਾਢੋ ਹੋਈ ਦੀ ਅਵਸਥਾ ਬਣ ਜਾਂਦੀ ਹੈ। ਲਟ ਛਟਕਾਏ ਤਿਰਿਆ ਰੋਵੈ, ਆਗੈ ਹੰਸ ਅਕੇਲਾ ਜਾਈ। ਫਿਰ ਸਾਹ ਦੇਰੀ ਬੈਠੀ ਮੇਰੀ ਰੋਵੈ, ਖਟਿਆ ਲੈ ਗਿਆ ਭਾਈ। ਇਹ ਅਵਸਥਾ ਬਣ ਜਾਂਦੀ ਹੈ। ਇਸ ਕਰਕੇ ਸਾਧ ਸੰਗਤ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਉਹਨਾਂ ਨੂੰ ਘਣਾ ਜੋ ਇੱਕ ਰਸ ਆਨੰਦ ਹੈ ਇਹ ਪ੍ਰਾਪਤ ਹੋਇਆ ਹੈ। ਬਾਕੀ ਆਨੰਦ ਪਦਾਰਥ ਦੇ ਸੰਯੋਗ ਤੋਂ ਹਨ। ਜਦੋਂ ਪਦਾਰਥ ਦਾ ਵਿਯੋਗ ਹੋ ਜਾਵੇ ਫਿਰ ਦੁੱਖ ਪ੍ਰਾਪਤ ਹੁੰਦਾ ਹੈ। ਮਾਇਆ ਦਾ ਸੁੱਖ ਹੈ। ਜੇ ਬੰਦਾ ਕੰਗਾਲ ਹੋ ਜਾਏ ਤੇ ਦੁੱਖ ਵੀ ਬੜਾ ਭੋਗਣਾ ਪੈਂਦਾ। ਪਦਾਰਥ ਖਾਣ ਦਾ ਸੁੱਖ ਹੈ। ਜੇ ਪਦਾਰਥ ਮਿਹਦੇ ਵਿੱਚ ਜਾ ਕਰਕੇ ਕਿਸੇ ਵਿਕਾਰ ਨੂੰ ਰੋਗ ਨੂੰ ਧਾਰਨ ਕਰ ਜਾਏ ਫਿਰ ਇਹ ਕਹਿੰਦਾ ਮੈਂ ਕਾਹਨੂੰ ਖਾਣਾ ਸੀ, ਬੜਾ ਸੋਹਣਾ ਮੈਂ ਤੰਦਰੁਸਤ ਸੀ। ਉਹ ਪਦਾਰਥ ਜਿਹੜਾ ਹੈ ਉਹ ਵੀ ਦੁੱਖ ਦਾ ਰੂਪ ਬਣ ਜਾਂਦਾ ਹੈ। ਗੱਡੀਆਂ ਕਾਰਾਂ ਮੋਟਰਾਂ ਸੁੱਖ ਦਾ ਸਾਧਨ ਹਨ, ਪਰ ਕਿਸੇ ਵੇਲੇ ਐਕਸੀਡੈਂਟ ਹੋ ਜਾਵੇ ਦੁੱਖ ਦਾ ਕਾਰਨ ਵੀ ਬਣ ਜਾਂਦੀਆਂ ਹਨ। ਕਿਉਂਕਿ ਰਫਤਾਰ ਤੇਜ਼ ਹੈ। ਵਾਹਿਗੁਰੂ ਬਚਾ ਲੈ ਬਚਾ ਲੈ। ਕਈ ਵਾਰੀ ਇਨਸਾਨ ਨੂੰ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈਂਦੇ ਹਨ। ਭਾਵ ਦੁੱਖ ਦਾ ਕਾਰਨ ਵੀ ਹਨ। ਇਸ ਕਰਕੇ ਸਾਧ ਸੰਗਤ ਜੀ ਹੋਰ ਇਸੇ ਤਰ੍ਹਾਂ ਬੇਅੰਤ ਪਦਾਰਥ ਹਨ, ਉਹਨਾਂ ਵਿੱਚੋਂ ਤੁੱਛ ਸੁੱਖ ਵੀ ਹਨ, ਬਹੁਤ ਸਾਰੇ ਦੁੱਖ ਵੀ ਮਿਲੇ ਹੋਏ ਹਨ। ਪਰ ਕੋਈ ਐਸਾ ਸੁੱਖ ਹੈ ਜਿਹਨੂੰ ਪ੍ਰਾਪਤ ਕਰਨੇ ਨਾ ਇਨਸਾਨ ਦੁੱਖ ਨੂੰ ਦੁੱਖ ਸਮਝੇ ਹੀ ਨਾ। ਉਹ ਸੁੱਖ ਭਾਈ ਆਪਣੀ ਆਤਮਾ ਦਾ ਹੈ। ਭਿਦਤੇ ਹਿਰਦੇ ਗ੍ਰੰਥੀ ਛਿਦੰਤੇ ਸਰਬ ਸੰਛਿਆ, ਕਿਸ਼ੀ ਅੰਤੇ ਚ ਆਸਿਆ ਕਰਮਾਣੀ, ਤਸਮਨ ਦ੍ਰਸ਼ਟੇ ਪ੍ਰਾਵਰੇ। ਜਦੋਂ ਹਿਰਦੇ ਦੀ ਭੇਦ ਰੂਪੀ ਜਿਹੜੀ ਗੰਢ ਹੈ ਇਹ ਖੁੱਲ੍ਹ ਜਾਵੇ, ਭਾਵ ਸੰਸੇ ਵਿਪਰਜੈ ਬੁੱਧ ਨਾਸ ਹੋ ਜਾਵੇ, ਆਤਮਾ ਦੇ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਫਿਰ ਇਹ ਸਾਖੀ ਚੇਤਨ ਨੂੰ ਜਦੋਂ ਪ੍ਰਾਪਤ ਕਰ ਲੈਂਦਾ ਹੈ ਫਿਰ ਇਹਨੂੰ ਕਿਸੇ ਪ੍ਰਕਾਰ ਦਾ ਕਲੇਸ਼ ਨਹੀਂ ਰਹਿੰਦਾ। ਕਿਉਂਕਿ ਨਾ ਜਾਣਨ ਕਰਕੇ ਦੁੱਖ ਹੈ ਨਾ। ਜਦੋਂ ਇਹ ਕਿਸੇ ਚੀਜ਼ ਨੂੰ ਸਮਝ ਲੈਂਦਾ ਹੈ ਫਿਰ ਕੋਈ ਕਲੇਸ਼ ਨਹੀਂ। ਭਾਵੇਂ ਵਿਦਿਆ ਸੁੱਖ ਦਾ ਸਾਧਨ ਹੈ, ਪਰ ਜਿੰਨਾ ਚਿਰ ਵਿਦਿਆਰਥੀ ਨੂੰ ਸਮਝ ਨਹੀਂ ਆਉਂਦੀ ਉਹ ਪੜ੍ਹਾਈ ਵੀ ਬੜੀ ਦੁੱਖ ਰੂਪ ਪ੍ਰਤੀਤ ਹੁੰਦੀ ਹੈ। ਜਦੋਂ ਸਮਝ ਆ ਜਾਂਦੀ ਹੈ ਉਹੀ ਪੜ੍ਹਾਈ ਵਿਦਿਆ ਸੁੱਖ ਰੂਪ ਪ੍ਰਾਪਤ ਹੋਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਚੀਜ਼ ਦੀ ਜਿਹੜੀ ਪ੍ਰਾਪਤੀ ਦਾ ਨਾ ਹੋਣਾ ਇਹ ਵੀ ਇੱਕ ਦੁੱਖ ਹੈ। ਪ੍ਰਾਪਤ ਹੋ ਕੇ ਫਿਰ ਵਸਤੂ ਦਾ ਗੁੰਮ ਹੋ ਜਾਣਾ ਇਹ ਵੀ ਦੁੱਖ ਹੈ। ਭਾਵ ਜਿਤਨੇ ਵੀ ਪਦਾਰਥ ਹਨ
ਉਹਨਾਂ ਵਿੱਚ ਸੁੱਖ ਥੋੜ੍ਹਾ ਹੈ ਅਤੇ ਦੁੱਖ ਵੱਡਾ ਹੈ। ਮਾਇਆ ਆਪਾਂ ਕਮਾਉਂਦੇ ਹਾਂ, ਮਾਇਆ ਦਾ ਸੁੱਖ ਬਾਅਦ ਵਿੱਚ ਹੁੰਦਾ, ਕਮਾਉਣ ਵੇਲੇ ਬੜਾ ਭਾਰੀ ਦੁੱਖ ਝੱਲਣਾ ਪੈਂਦਾ। ਹੰਨੇ ਹੰਨੇ ਦੀ ਹਵੀ ਨਵੀ ਝੱਲਣੀ ਪੈਂਦੀ ਹੈ, ਹਿੜਕ ਝਿੜਕ ਝੱਲਣੀ ਪੈਂਦੀ ਹੈ। ਫਿਰ ਸਾਹ ਸਹੀ ਗਰਮੀ ਸਰਦੀ ਵੀ ਬਰਦਾਸ਼ਤ ਕਰਨੀ ਪੈਂਦੀ ਹੈ। ਭੁੱਖ ਪਿਆਸ ਨਾਲ ਵੀ ਕਈ ਵਾਰੀ ਟਾਕਰਾ ਕਰਨਾ ਪੈਂਦਾ ਹੈ। ਕਈ ਵਾਰੀ ਸਰੀਰ ਬਿਮਾਰ ਵੀ ਹੁੰਦਾ, ਪਰ ਫਿਰ ਵੀ ਮਿਹਨਤ ਨਾਲ ਡਿਊਟੀ ਨੂੰ ਕਰਨਾ ਪੈਂਦਾ ਹੈ। ਸੋ ਇਸ ਪ੍ਰਕਾਰ ਮਾਇਆ ਕਮਾਉਣ ਵਿੱਚ ਕੋਈ ਸੁੱਖ ਨਹੀਂ, ਬਹੁਤ ਵੱਡੇ ਦੁੱਖ ਹਨ। ਪਦਾਰਥ ਪੈਦਾ ਕਰਨ ਵਿੱਚ ਜ਼ਿਮੀਂਦਾਰ ਲੈ ਲਓ, ਕਿਸਾਨ ਜੱਟ ਲੋਕ ਜਦੋਂ ਖੇਤੀ ਪੈਦਾ ਕਰਦੇ ਹਨ, ਥੋੜ੍ਹਾ ਉਹਨਾਂ ਨੂੰ ਆਪਣੇ ਸਰੀਰ 'ਤੇ ਕਸ਼ਟ ਝੱਲਣਾ ਪੈਂਦਾ। ਇੱਧਰ ਤਾਂ ਜ਼ਿਆਦਾ ਮਸ਼ੀਨਰੀ ਦਾ ਯੁੱਗ ਹੈ, ਸਾਇੰਸ ਦੀ ਬਹੁਲਤਾ ਹੈ, ਭਾਵੇਂ ਉੱਧਰ ਵੀ ਹੁਣ ਕਾਫੀ ਵਿਗਿਆਨ ਨੇ ਨਵੀਆਂ ਚੀਜ਼ਾਂ ਪੈਦਾ ਕੀਤੀਆਂ ਹਨ, ਪਰ ਇੱਧਰ ਜਿੰਨੀਆਂ ਨਹੀਂ। ਕਈ ਵਾਰੀ ਦੇਖ ਲਓ ਡਰਮੀਆਂ ਵਿੱਚ ਕਈ ਨੌਜਵਾਨ ਲੜਕਿਆਂ ਦੇ ਬਾਹਾਂ ਕੱਟੀਆਂ ਜਾਂਦੀਆਂ ਹਨ, ਅੰਗ ਕੱਟੇ ਜਾਂਦੇ ਹਨ। ਭਾਵ ਅੰਨ ਪੈਦਾ ਕਰਨ ਵਿੱਚ ਵੀ ਜ਼ਿੰਦਗੀ ਅਤੇ ਮੌਤ ਹੈ। ਅੰਨ ਦਾ ਪੈਦਾ ਕਰਨਾ ਕੋਈ ਸੌਖਾ ਨਹੀਂ, ਕਿਉਂਕਿ ਅੰਨ ਖਾਣਾ ਬਹੁਤ ਸੌਖਾ। ਜਿਹੜਾ ਕਿਸਾਨ ਜੱਟ ਜ਼ਿਮੀਂਦਾਰ ਅੰਨ ਨੂੰ ਪੈਦਾ ਕਰਦਾ, ਉਹਨੂੰ ਪੁੱਛੋ ਕਿੰਨੀ ਮੁਸ਼ੱਕਤ ਕਰਨੀ ਪੈਂਦੀ, ਕਿੰਨਾ ਸੰਕਟ ਝੱਲਣਾ ਪੈਂਦਾ। ਭਾਵ ਕੋਈ ਵੀ ਕਿਰਤ ਲੈ ਲਓ, ਉਹਦਾ ਸੁੱਖ ਬਾਅਦ ਵਿੱਚ ਥੋੜ੍ਹਾ ਮਿਲਦਾ ਹੈ ਅਤੇ ਉਹਦੇ ਪਰੀਕਸ਼ਮ ਵਿੱਚ ਦੁੱਖ ਬਹੁਤ ਵੱਡਾ। ਪਰੰਤੂ ਇਹ ਜਿਹੜਾ ਆਤਮਾ ਦਾ ਆਨੰਦ ਹੈ, ਇਹਦੀ ਪ੍ਰਾਪਤੀ ਵਿੱਚ ਵੀ ਇਨਸਾਨ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਬੜੇ ਜਪ ਤਪ, ਸੇਵਾ, ਸਿਮਰਨ, ਸਤਸੰਗ। ਗੁਰੂ ਅਮਰਦਾਸ ਜੀ ਨੇ ਸੁੱਖ ਨੂੰ ਪ੍ਰਾਪਤ ਕਰਨ ਲਈ ਦੇਖ ਲਓ, ਖਡੂਰ ਸਾਹਿਬ ਖੂਹ ਨਹੀਂ ਸਨ। ਖਡੂਰ ਸਾਹਿਬ ਦੇ ਅੰਦਰ ਤਾਲ ਨਹੀਂ ਸਨ। ਖਡੂਰ ਸਾਹਿਬ ਵਿੱਚ ਬਾਕੀ ਸਾਰਾ ਪਿੰਡ ਪਾਣੀ ਕਿਤੋਂ ਪੀਂਦਾ ਹੀ ਹੋਵੇਗਾ, ਪਸ਼ੂਆਂ ਨੂੰ ਪਿਲਾਉਂਦਾ ਹੀ ਹੋਵੇਗਾ, ਖੇਤੀਆਂ ਨੂੰ ਸਿੰਜਦਾ ਹੋਵੇਗਾ, ਪਰ ਗੱਲ ਗੁਰੂ ਦੇ ਹੁਕਮ ਦੀ ਸੀ ਕਿ ਗੋਂਦਵਾਲ ਤੋਂ ਜਾ ਕੇ ਦਰਿਆ ਦਾ ਪਾਣੀ ਲਿਆ ਕੇ ਸਾਡਾ ਇਸ਼ਨਾਨ ਕਰਾਉਣਾ। ਤੇ ਸਿੱਖ ਨੇ ਇਹ ਨਹੀਂ ਕਿਹਾ ਕਿ ਮਹਾਰਾਜ ਜੀ ਮੈਨੂੰ 6 ਮੀਲ ਕਾਹਦੇ ਲਈ ਤੋਰਦੇ ਹੋ, ਪਾਣੀ ਤਾਂ ਇੱਥੇ ਹੀ ਬਹੁਤ ਹੈ। ਸਿੱਖ ਦਾ ਕੰਮ ਤਾਂ ਗੁਰੂ ਦਾ ਹੁਕਮ ਮੰਨਣਾ, ਹੁਜਤ ਕਰਨੀ ਨਹੀਂ। ਗੱਲ ਗੁਰੂ ਦੇ ਹੁਕਮ ਮੰਨਣ ਦੀ ਹੈ। ਪਾਣੀ ਤਾਂ ਖਡੂਰ ਸਾਹਿਬ 'ਚ ਬਹੁਤ ਸੀ, ਬਾਕੀ ਸਾਰਾ ਨਗਰ ਕਿਤੇ ਪਾਣੀ ਵਰਤਦਾ ਹੀ ਹੋਏਗਾ ਨਾ। ਤੇ ਕੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਇਸ਼ਨਾਨ ਕਰਨ ਵਾਸਤੇ ਖਡੂਰ ਸਾਹਿਬ ਪਾਣੀ ਨਹੀਂ ਸੀ, ਲੰਗਰ ਪੱਕਦਾ ਸੀ, ਪਰ ਮਹਾਰਾਜ ਇਸ਼ਨਾਨ ਵਾਸਤੇ 2 ਗਾਗਰਾਂ ਗੋਇੰਦਵਾਲ ਤੋਂ ਕਿਉਂ ਲਿਆਉਂਦੇ ਸਨ? ਗੱਲ ਤਾਂ ਹੁਕਮ ਮੰਨਣ ਦੀ ਹੈ। ਹੁਣ ਅੱਜ ਕੋਈ ਸ਼ੰਕਾ ਕਰੇ ਕਿ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਨੂੰ ਐਡੀ ਦੂਰ ਪਾਣੀ ਲੈਣ ਕਿਉਂ ਭੇਜਦੇ ਸਨ? ਉੱਥੇ ਖੂਹ ਵੀ ਸਨ, ਤਾਲ ਵੀ ਸਨ ਮੌਜੂਦ, ਬਾਕੀ ਸਾਰਾ ਨਗਰ ਵਰਤਦਾ ਸੀ, ਖੇਤੀਆਂ ਸਿੰਜ ਹੁੰਦੀਆਂ ਸਨ ਹਲਟਾਂ ਨਾਲ, ਫਿਰ ਪਸ਼ੂਆਂ ਨੂੰ ਪਾਣੀ ਕਿਤੋਂ ਪਿਲਾਉਂਦੇ ਹੋਣਗੇ। ਸਾਰਾ ਖਡੂਰ ਸਾਹਿਬ ਤਾਂ ਗੋਂਦਵਾਲੋਂ ਪਾਣੀ ਨਹੀਂ ਸੀ ਢੋਂਦਾ। ਇਹ ਕੀ ਗੱਲ? ਗੁਰਸਿੱਖ ਦੇ ਵਿੱਚ ਹੁਜਤ ਤੇ ਸੰਸਾ ਨਹੀਂ, ਹੁਣ ਤਾਂ ਗੁਰੂ ਦੇ ਹੁਕਮ ਨੂੰ ਮੰਨਣਾ। ਸੋ ਇਸ ਕਰਕੇ ਬਹੁਤ ਸਾਰੇ ਬੰਦੇ ਆਪੋ ਆਪਣੀਆਂ ਦਲੀਲਾਂ ਦੇ ਕਰਕੇ ਕਈ ਗੱਲਾਂ ਸਿੱਧ ਕਰਨੀਆਂ ਚਾਹੁੰਦੇ ਹਨ, ਪਰ ਗੁਰਮਤਿ ਜਿਹੜੀ ਹੈ ਇਹ ਗੁਰੂ ਦੇ ਹੁਕਮ ਦੇ ਉੱਤੇ ਖਲੋਤੀ ਹੋਈ ਹੈ। ਇੱਥੇ ਦਲੀਲਬਾਜ਼ੀ ਕੰਮ ਨਹੀਂ ਕਰਦੀ, ਮਨ ਦੀਆਂ ਚਤਰਾਈਆਂ ਕੰਮ ਨਹੀਂ ਕਰਦੀਆਂ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇੱਥੇ ਤਾਂ ਹੁਕਮ ਦੀ ਖੇਡ ਹੈ। ਸੋ ਸਤਿਗੁਰੂ ਗਰੀਬ ਨਿਵਾਜ ਜੀ ਫਰਮਾਉਂਦੇ ਹਨ ਕਿ ਜੇ ਭਾਈ ਤੂੰ ਆਤਮਾ ਰੂਪੀ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਤੇ ਗਿਆਨ ਪੈਦਾ ਕਰ। ਜਦੋਂ ਤੈਨੂੰ ਗਿਆਨ ਪ੍ਰਾਪਤ ਹੋ ਜਾਵੇਗਾ, ਆਨੰਦ ਘਣੇ ਘਣੇ ਇੱਕ ਰਸ ਜੋ ਆਨੰਦ ਹਨ ਇਹ ਪ੍ਰਾਪਤ ਹੋ ਜਾਣਗੇ। ਇਸ ਆਨੰਦ ਨੂੰ ਸਤਿਗੁਰੂ ਜੀ ਨੇ ਤੱਤੀ ਤਵੀ ਤੇ ਬੈਠ ਕੇ ਮਾਣਿਆ। ਜੇ ਮਹਾਰਾਜ ਦੇ ਮਨ ਵਿੱਚ ਕੋਈ ਹਿਜਕ ਝਿਜਕ ਹੁੰਦੀ, ਤੱਤੀ ਤਵੀ ਤੇ ਬਹਿੰਦੇ ਨਾ, ਬੜੀ ਖੁਸ਼ੀ ਨਾਲ ਚੌਂਕੜਾ ਲਾਇਆ, ਬਲਕਿ ਤੱਤੀ ਤਵੀ ਤੇ ਬੈਠ ਕਰਕੇ ਪ੍ਰਭੂ ਦੇ ਗੁਣ ਗਾਏ। ਮੀਆਂ ਮੀਰ ਜੀ ਨੇ ਕਿਹਾ ਮੈਨੂੰ ਹੁਕਮ ਕਰੋ, ਮੈਂ ਕੁਝ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਕੇ ਇਹਨਾਂ ਨੂੰ ਦੰਡ ਦੇਵਾਂ। ਕਹਿਣ ਲੱਗੇ ਨਹੀਂ ਭਾਈ, ਸੰਤਾਂ ਨੂੰ ਖਿਮਾ ਬਣ ਆਉਂਦੀ ਹੈ।
फिर भाई जेठा पुराणा जी ने कहा महाराज सानू हुक्म करो दिल्ली लाहौर की इट ना इट खड़का दईए। गरीब नवाज कहन लगे ये शक्ति कित्थों लई है? कहन लगे महाराज आपदे चरणों की खिदमत तो ही प्राप्त हुई है। कहन लगे फिर कि साडे विच ये कला नहीं? खमोश हो जाओ। ब्रह्म ज्ञानी कह धीरज एक जो बसदा को खोदा को चंदन लेप। इस करके तत्ती तवी नूं फुल्लां दी सेज आण के सतगुरु जी ने चौंकड़ा लाया। बल्कि इत्थे तक आनंददायक पंक्तियां पढ़ियां। तेरा भाणा मीठा लागै हर नाम पदार्थ नानक मांगै। मीत करै सोई हम माना मीत के करतव कुशल समाना। ये पंक्तियां महाराज जी ने तत्ती तवी ते बैठ के शीस चरेता पवा करके प्यारी साध संगत जी पढ़ियां। फिर इसे तरह गुरसिखां दा इतिहास लै लवो। भाई मनी सिंह जी का इतिहास बाच लो। भाई मती दास जी का इतिहास पढ़ो। भाई दयाला जी का इतिहास। इस तरह अगे जा करके भाई तारू सिंह जी का इतिहास पढ़ो। भाव इतने वड्डे वड्डे संकट आ जाण ते भी उन्होंने इन्हां संकटां नूं खिड़े मत्थे प्रवान किया और बाणी पढ़ते रहे अते अपने आनंद विच मस्त रहे। भाव ये आनंद प्राप्त हो जावे ते दुनिया के दुखों तो बंदे की बिरती जिहड़ी उपर उठ जाती है। फिर जिहड़ा दुनिया का दुख आ ना ये गुरसिख नूं नहीं व्यापदा। इस करके साध संगत जी उन्हां महापुरखों की ऐसी आनंददायक अवस्था हुंदी है। जे कबीर साहब जी नूं गंगा विच मुश्कां बन के सिटिया ते कबीर साहब ने आनंद नूं नहीं छड्डिया बल्कि बड़े आनंद विच पंक्तियां कहियां। गंग गसायन गहर गंभीर जंजीर बांध कर खरे कबीर। गंगा की लहर मेरी टुटी जंजीर मृगशाला उपर बैठे कबीर। आनंद तो नहीं ना खत्म होया कि मैनू गंगा विच डोबण लगे हैं। फिर हाथी मोरे बन के सिटिया। उत्थे भी कहा कि क्या अपराध संत है कीना। बांध पोट कुंचर को दीना। कुंचर पोट लै लै नमस्कार है बूझी नहीं काजी अंधियार है। 3 बार पतिया भर लीना मन कठोर अजहू ना पतीना। कह कबीर हमरा गोबिंद चौथे पद में जन की जिंद। आनंद च रहे ना आनंद खत्म नहीं होया। पर गुरु अमरदास जी कहते दुनिया आनंद दीयां गल्लां करती है पर इन्हां को आनंद है नहीं। आनंद आनंद सब को कह। ये आनंद महाराज कित्थों मिलता है? आनंद गुरु ते जाणिया। जे भाई दया सिंह साहब जी ने मन्निया कि गुरु तो आनंद प्राप्त होवेगा। सतगुरु जी ने कहा कि मेरी तलवार खून की प्यासी है कोई एक सिख अपने सीस का बलिदान देवे। भाई साहब ने तलवार के बार च आनंद मन्निया ते अपना सीस दिता ना। भाई धर्म सिंह जी लै लो। भाई मोहकम सिंह साहब जी का जीवन बाच लो। भाई हिम्मत सिंह जी भाई साहब सिंह जी। भाव उन्होंने पता सी कि इहदे विच सतगुरु जी ने सानू बहुत वड्डा आनंद देना है। इस करके उन्होंने सीस भेट करन तो मन विच हिजक नहीं पैदा की सगों बड़ी खुशी दे नाल अपने सीसां नूं अर्पण किया सतगुरां दे चरनां 'च। ते अज वो मर जीवड़े जिहड़े हन दुनिया उत्ते पंथ कहाउंदे हन 5 प्यारे कहाउंदे हन उन्होंने गुरु साहब ने अपने तुल पद भी बख्शिश कर दी। 5 प्रवान 5 प्रधान पंचे पाव है दरग है मान। किड्डा वड्डा सन्मान बख्शिश किया। उन्हां गुरसिखां नूं घना आनंद प्राप्त हुंदा है जिहड़े भाई गुरु साहब जी की आग्या का पालन करते हैं। सुख सहज आनंद कणे भाई ज्ञान के सहित उन्होंने सुख और ज्ञान के सहित जो घना आनंद है एक रस उन्होंने प्राप्त होंदा। गुर पूरा पूरी जा की बाणी गुरु पूरा
ਅਤੇ ਸਤਿਗੁਰਾਂ ਦੀ ਬਾਣੀ ਪੂਰੀ ਹੈ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਸਤਿਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਦੇ ਅਨਕ ਬੇਅੰਤ ਗੁਣ ਹਨ, ਗਿਣਤੀ ਕਰਕੇ ਗਿਣੇ ਨਹੀਂ ਜਾਂਦੇ। ਉਂਝ ਸਹੰਸਰਨਾਮਿਆਂ ਦੇ ਅੰਦਰ, ਅਸ਼ਟਪਦੀਆਂ ਦੇ ਅੰਦਰ ਉਸ ਅਕਾਲ ਪੁਰਖ ਦੀ ਬੇਅੰਤ ਉਸਤਤ ਕੀਤੀ। ਵੇਦਾਂ ਨੇ ਵੀ ਅੰਤ ਵਿੱਚ ਕਿਹਾ, ਨੇਤੀ ਨੇਤੀ ਵੇਦਾ ਕਹੰਤ। ਵੇਦ ਕਹਿੰਦੇ ਨਾ ਨਾ ਇਤੀ ਨਾ ਇਤੀ ਨਾ ਇਤੀ। ਉਸ ਵਾਹਿਗੁਰੂ ਦਾ ਅੰਤ ਨਹੀਂ ਆਉਂਦਾ, ਉਸ ਵਾਹਿਗੁਰੂ ਦਾ ਭਾਈ ਅੰਤ ਨਹੀਂ ਆਉਂਦਾ। ਜੇ ਆਕਾਸ਼ ਵੱਲ ਵੇਖਣ ਲੱਗੋ, ਆਕਾਸ਼ ਦੀ ਹੱਦ ਨਹੀਂ ਮੁੱਕਦੀ। ਹੁਣ ਹਵਾ ਦਾ ਕੋਈ ਪ੍ਰਮਾਣ ਤੋਲਣਾ ਚਾਹੇ ਤੋਲੀ ਜਾਂਦੀ ਹੈ, ਸਾਗਰਾਂ ਦਰਿਆਵਾਂ ਦੇ ਪਾਣੀ ਤੋਲੇ ਜਾਂਦੇ ਹਨ, ਕੋਈ ਅੰਤ ਆਉਂਦਾ ਹੈ? ਫਿਰ ਸੂਰਜ ਦੀ ਲਾਈਟ, ਸਾਧ ਸੰਗਤ ਜੀ, ਇਹਦੇ ਮਿਆਰ ਨੂੰ ਕੋਈ ਤੋਲ ਸਕਦਾ ਹੈ? ਚੰਦਰਮਾ ਹੈ, ਤਾਰੇ ਆਕਾਸ਼ ਵਿੱਚ ਕਿੰਨੇ ਕੁ ਹਨ, ਕੋਈ ਗਿਣਤੀ ਆਉਂਦੀ ਹੈ, ਕੋਈ ਸ਼ੁਮਾਰ ਆਉਂਦਾ? ਭਾਵ ਪ੍ਰਕਿਰਤੀ ਦੀ ਹਰ ਸ਼ੈ ਬੇਅੰਤਤਾਈ ਦਾ ਹੀ ਪ੍ਰਤੀਕ ਹੈ। ਦੇਖ ਲਓ, ਮਾਤਾ ਪਿਤਾ ਇੱਕ ਹੁੰਦੇ ਹਨ, ਜਿੰਨੇ ਉਹਨਾਂ ਤੋਂ ਬੱਚੇ ਪੈਦਾ ਹੁੰਦੇ ਹਨ, ਸਾਰਿਆਂ ਦੇ ਰੰਗ ਰੂਪ ਅਲੱਗਾ ਅਲੱਗਾ ਹਨ, ਨੈਣ ਨਕਸ਼ ਅਲੱਗਾ ਅਲੱਗਾ ਹੈ, ਪਰਾਰਬਧ ਅਲੱਗਾ ਅਲੱਗਾ ਹੈ, ਕਰਮ ਅਲੱਗਾ ਅਲੱਗਾ ਹਨ। ਕੋਈ ਅਮੀਰ ਬਣ ਜਾਂਦਾ ਹੈ, ਕੋਈ ਗਰੀਬ ਰਹਿ ਜਾਂਦਾ ਹੈ, ਕੋਈ ਅਫਸਰ ਹੋ ਜਾਂਦਾ ਹੈ, ਕੋਈ ਮਜ਼ਦੂਰੀ ਕਰਕੇ ਹੀ ਪੇਟ ਭਰਦਾ ਹੈਗੇ, ਕੋਈ ਮਾਤਾ ਪਿਤਾ ਦੇ ਹਨ। ਪਤਾ ਨਹੀਂ ਵਾਹਿਗੁਰੂ ਜੀ ਨੇ ਕਿੰਨੇ ਕੁ ਸਾਂਚੇ ਰੱਖੇ ਹਨ। ਇੱਕ ਇਨਸਾਨ ਦੀਆਂ ਕਿਤਨੀਆਂ ਨਸਲਾਂ, ਕਿੰਨੇ ਰੰਗ, ਕਿੰਨੇ ਰੂਪ, ਕਿੰਨੀਆਂ ਜਾਤੀਆਂ, ਕਿੰਨੇ ਧਰਮਾਂ ਦੇ ਮਨੁੱਖ ਪੈਦਾ ਕੀਤੇ ਹਨ। ਬੰਦਿਆਂ ਦਾ ਹੀ ਅੰਤ ਨਹੀਂ ਆਉਂਦਾ। ਫਿਰ ਇਸੇ ਤਰ੍ਹਾਂ ਹੋਰ 84 ਲੱਖ ਜੂਨਾਂ ਹਨ, ਕੋਈ ਕਿਸੇ ਪ੍ਰਕਾਰ ਦਾ ਅੰਤ ਆਉਂਦਾ ਹੈ? ਕੋਈ ਅੰਤ ਨਹੀਂ ਆਉਂਦਾ, ਕਿਉਂਕਿ ਸ੍ਰਿਸ਼ਟੀ ਬੇਅੰਤ ਤੋਂ ਪੈਦਾ ਹੋਈ ਹੈ, ਬੇਅੰਤ ਸਰੂਪ ਹੈ। ਉਸ ਵਾਹਿਗੁਰੂ ਦਾ ਵੀ ਅੰਤ ਨਹੀਂ ਆਉਂਦਾ ਤੇ ਸ੍ਰਿਸ਼ਟੀ ਦਾ ਵੀ ਕੋਈ ਅੰਤ ਨਹੀਂ ਆਉਂਦਾ। ਸੋ ਸਤਿਗੁਰੂ ਗਰੀਬ ਨਿਵਾਜ ਜੀ ਫਰਮਾਉਂਦੇ ਹਨ ਕਿ ਭਾਈ ਗੁਰੂ ਪੂਰਾ ਹੈ, ਉਹਦੀ ਬਾਣੀ ਵੀ ਪੂਰੀ ਹੈ, ਕਿਉਂਕਿ ਆਪ ਜੂ ਪੂਰਾ ਹੈ। ਆਪ ਪੂਰਾ ਹੋਣ ਕਰਕੇ ਉਹਦੀ ਬਾਣੀ ਪੂਰੀ ਹੈ। ਅਸੀਂ ਕਲਯੁਗੀ ਜੀਵ ਵੀ ਅਧੂਰੇ ਹਾਂ, ਸਾਡੀਆਂ ਬਾਣੀਆਂ ਵੀ ਅਧੂਰੀਆਂ। ਉਹ ਸਮਰੱਥ ਹੈ, ਉਹ ਪੂਰਾ ਹੈ, ਉਹਦੀ ਬਾਣੀ ਵੀ ਪੂਰੀ ਹੈ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਉਹਦੇ ਅਨੇਕਾਂ ਪ੍ਰਕਾਰ ਦੇ ਗੁਣ ਹਨ, ਜਿਹੜੇ ਗਿਣਤੀ ਕਰਕੇ ਗਿਣੇ ਨਹੀਂ ਜਾਂਦੇ ਹਨ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਗਰੀਬ ਨਿਵਾਜ ਫਰਮਾਉਂਦੇ ਹਨ, ਸਗਲ ਸਰੰਜਾਮ ਕਰੇ ਪ੍ਰਭ ਆਪੇ। ਸਰੰਜਾਮ ਨਾਮ ਹੈ ਉਦਮ ਦਾ। ਉਹ ਵਾਹਿਗੁਰੂ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਦਾ ਆਪ ਹੀ ਉਦਮ ਕਰ ਰਿਹਾ। ਉਹ ਵਾਹਿਗੁਰੂ ਜੇ ਸਾਤੋਂ ਵੀ ਕੋਈ ਉਦਮ ਕਰਾਉਂਦਾ ਹੈ ਤੇ ਉਦਮ ਦੀ ਸੱਤਾ ਦੇਣ ਵਾਲਾ ਫਿਰ ਵੀ ਉਹ ਆਪੇ ਸਿੱਧ ਹੁੰਦਾ। ਜੇ ਸਾਡੇ 'ਚ ਵੀ ਕੋਈ ਉਦਮ ਹੈ ਨਾ, ਇਹ ਉਦਮ ਵੀ ਉਹਦਾ ਆਪਣਾ ਦਿੱਤਾ ਹੋਇਆ। ਜੇ ਵਾਹਿਗੁਰੂ ਨਾ ਕਰੇ, ਕਈ ਬੰਦਿਆਂ ਨੂੰ ਐਸੇ ਗੰਠੀਆ ਆਦਿਕ ਅਧਰੰਗ ਆਦਿਕ ਰੋਗ ਹੋ ਜਾਂਦੇ ਹਨ। ਉਹ ਕਿਹੜੀ ਕਿਰਤ ਕਰਕੇ ਅੰਨ ਖਾ ਸਕਣਗੇ? ਕੀ ਉਦਮ ਕਰ ਸਕਣਗੇ? ਕਈ ਬੰਦੇ ਐਸੇ ਹਨ ਜਿਨ੍ਹਾਂ ਦੇ ਜਮਾਦਰੂ ਹੱਥ ਹੀ ਨਹੀਂ ਹਨ, ਜਾਂ ਚਰਨ ਹੀ ਨਹੀਂ ਹਨ। ਕੀ ਉਦਮ ਕਰ ਸਕਣਗੇ? ਭਾਵ ਇਹ ਹੈ ਕਿ ਜੇ ਉਦਮ ਵੀ ਹੈ, ਉਦਮ ਕਰੇ ਕਰਾਵੈ ਠਾਕਰ। ਇਹ ਵੀ ਵਾਹਿਗੁਰੂ ਆਪ ਹੀ ਉਦਮ ਕਰਦਾ ਕਰਾਉਂਦਾ ਹੈ। ਉਦਮ ਦੇਣ ਵਾਲਾ ਵੀ ਉਹ ਆਪ ਹੈ, ਔਰ ਸੱਤਾ ਸਫੁਰਤੀ ਦੇਣ ਵਾਲਾ ਵੀ ਉਹ ਆਪ ਹੈ। ਅਕਲ ਸ਼ਕਲ ਬੁੱਧੀ ਵਿਚਾਰ ਸਾਰੀਆਂ ਚੀਜ਼ਾਂ ਵਾਹਿਗੁਰੂ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਸਗਲ ਸਰੰਜਾਮ ਕਰੇ ਪ੍ਰਭ ਆਪੇ। ਸਾਰੇ ਸਰੰਜਾਮ ਉਦਮਾਂ ਨੂੰ ਵਾਹਿਗੁਰੂ ਆਪ ਕਰਦਾ। ਸ਼ਿਵਾਜੀ ਮਰਹੱਟਾ ਦੇ ਗੁਰੂ ਸਵਾਮੀ ਰਵਿਦਾਸ ਸਰਬੱਗ ਸਨ। ਇਹ ਰੋਜ਼ਾਨਾ ਹੀ ਉਹਨਾਂ ਦਾ ਦਰਸ਼ਨ ਕਰਕੇ ਜਲ ਪਾਣੀ ਛਕਿਆ ਕਰਦੇ ਸਨ। ਬੜੇ ਬਹਾਦਰ ਪੁਰਸ਼ ਹੋਏ ਹਨ ਸ਼ਿਵਾਜੀ ਮਰਹੱਟਾ ਮਹਾਰਾਸ਼ਟਰ ਦੇ ਅੰਦਰ। ਜਦੋਂ ਤੁਸੀਂ ਨੰਦੇੜ ਜਾਓ ਨਾ, ਜਿੱਥੇ ਸੱਚਖੰਡ ਹਜੂਰ ਸਾਹਿਬ ਹੈ, ਉੱਥੇ ਇਹਨਾਂ ਦਾ ਬੁੱਤ ਲੱਗਾ ਹੋਇਆ ਹੈ ਸ਼ਿਵਾਜੀ ਮਰਹੱਟਾ ਦਾ, ਕਿਉਂਕਿ ਉਸ ਇਲਾਕੇ ਵਿੱਚ ਇਹਨਾਂ ਦਾ ਰਾਜ ਸੀ। ਸੋ ਇਹਨਾਂ ਨੇ ਵਿਚਾਰਿਆ ਕਿ ਹੁਣ ਔੜ ਲੱਗੀ ਹੈ, ਗਾਂ ਬਰਸਾਤ ਲੱਗਣੀ ਤੇ ਹੜ੍ਹ ਬੜੇ ਆਉਂਦੇ ਹਨ,
ਹੜ੍ਹਾਂ ਦੇ ਨਾਲ ਇਲਾਕਾ ਬੜਾ ਤਬਾਹ ਹੁੰਦਾ ਹੈ। ਜੇ ਆਪਾਂ ਡਰੇਨ ਪਟਾ ਕਰਕੇ ਬੰਨ੍ਹ ਆਦਿਕ ਲਾ ਦਈਏ, ਨਾਲੇ ਲੋਕਾਂ ਨੂੰ ਮਜ਼ਦੂਰੀ ਮਿਲੇਗੀ, ਰੋਟੀ ਪਾਣੀ ਦਾ ਇੰਤਜ਼ਾਮ ਹੋ ਜਾਵੇਗਾ, ਨਾਲੇ ਗਾਹਾਂ ਹੜ੍ਹਾਂ ਤੋਂ ਫਸਲਾਂ ਬਚ ਜਾਣਗੀਆਂ, ਉਹਦੇ ਨਾਲ ਵੀ ਲੋਕਾਂ ਨੂੰ ਭੋਜਨ ਪਾਣੀ ਪ੍ਰਾਪਤ ਹੋਵੇਗਾ। ਇਸ ਚੀਜ਼ ਨੂੰ ਮੁੱਖ ਰੱਖ ਕੇ ਇਹਨੇ ਬੰਨ੍ਹ ਲਵਾਉਣਾ ਸ਼ੁਰੂ ਕਰਤਾ, ਲੋਕਾਂ ਵਾਸਤੇ ਮਜ਼ਦੂਰੀ ਖੋਲ੍ਹ ਦਿੱਤੀ। ਅੱਜ ਇਸੇ ਕਾਰੋਬਾਰ ਵਿੱਚ ਜੁਟੇ ਰਹੇ। ਸੋ ਆਪਣੇ ਮੁਰਸ਼ਦ ਦੇ ਪਾਸ ਦੇਰੀ ਨਾਲ ਗਏ। ਕਹਿਣ ਲੱਗੇ, ਸ਼ਿਵਾ ਜੀ, ਅੱਗੇ ਤੁਸੀਂ ਵੇਲੇ ਸਿਰ ਆਉਂਦੇ ਸੀ ਸਾਧ ਸੰਗਤ ਵਿੱਚ, ਅੱਜ ਦੇਰੀ ਨਾਲ ਆਏ ਹੋ, ਕੀ ਕਾਰਨ ਹੈ? ਕਹਿਣ ਲੱਗੇ, ਜੀ ਮੈਂ ਅੱਜ ਪਬਲਿਕ ਵਾਸਤੇ ਆਪਣੇ ਭੋਜਨ ਪਾਣੀ ਦੇ ਇੰਤਜ਼ਾਮ ਕਰਾਉਣ ਵਿੱਚ ਆਪਣੇ ਅਫਸਰਾਂ ਵਜ਼ੀਰਾਂ ਦੀਆਂ ਡਿਊਟੀਆਂ ਲਾਉਣ ਲੱਗ ਗਿਆ। ਉਹਨਾਂ ਨੂੰ ਕਾਰਜ ਵੰਡੇ, ਤੁਸੀਂ ਇਹ ਕਾਰਜ ਕਰਾਉਣਾ। ਕਹਿਣ ਲੱਗੇ, ਅੱਛਾ, ਫਿਰ ਤਾਂ ਤੁਸੀਂ ਦਾਤੇ ਹੋ ਗਏ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਹੋ ਗਏ। ਕਹਿਣ ਲੱਗੇ, ਉਹ 2 ਪੱਥਰ ਪਏ ਹਨ, ਇੱਕ ਪੱਥਰ ਚੁੱਕੋ ਔਰ ਦੂਸਰੇ ਪੱਥਰ ਤੇ ਚਲਾ ਕਰਕੇ ਮਾਰੋ। ਸ਼ਿਵਾ ਜੀ ਮਰਾਹਟਾ ਨੇ ਗੁਰੂ ਦੇ ਕਹੇ ਅਨੁਸਾਰ ਇੱਕ ਪੱਥਰ ਚੱਕ ਕੇ ਦੂਏ ਪੱਥਰ ਤੇ ਜ਼ੋਰ ਨਾਲ ਚਲਾ ਕਰਕੇ ਮਾਰਿਆ। ਜਦੋਂ ਪੱਥਰ ਫੁੱਟ ਗਿਆ, ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ ਜਿਹੜਾ ਚੌਲ ਦਾ ਦਾਣਾ ਲਈ ਜਾਂਦਾ। ਰਵਿਦਾਸ ਸਰਬਾਗ ਕਹਿਣ ਲੱਗੇ, ਇਹਦਾ ਪ੍ਰਬੰਧ ਵੀ ਤੈਂ ਕੀਤਾ ਹੈ। ਆ ਜਿਹੜਾ ਪੱਥਰ ਚੋਂ ਕੀੜਾ ਨਿਕਲਿਆ, ਜਿਹਨੂੰ ਮਹਾਰਾਜ ਨੇ ਕਿਹਾ, ਸੈਲ ਪੱਥਰ ਮੈਂ ਜਨਤਾ ਪਾਏ, ਤਾਂ ਕਾ ਰਿਜਕ ਆਗਿਆ ਕਰ ਧਰਿਆ, ਇਹਨੂੰ ਤੈਂ ਦਿੱਤਾ ਹੈ ਭੋਜਨ। ਸ਼ਿਵਾ ਜੀ ਦਾ ਹਕਾਰ ਟੁੱਟ ਗਿਆ। ਚਰਨ ਫੜ ਲੈ ਮਹਾਰਾਜ, ਮੈਂ ਭੁੱਲ ਗਿਆ। ਕਹਿੰਦੇ, ਤੂੰ ਦਾਤਾ ਬਣ ਕੇ ਬਹਿ ਗਿਆ, ਸਾਰਿਆਂ ਦੀ ਪਾਲਣਾ ਕਰਨ ਵਾਲਾ ਭਾਈ ਅਕਾਲ ਪੁਰਖ ਹੈ, ਪਰਮੇਸ਼ਰ ਹੈ, ਨਿਰੰਕਾਰ। ਇਸ ਗੱਲ ਦਾ ਤੁਹਾਨੂੰ ਸਾਰਿਆਂ ਨੂੰ ਗਿਆਨ ਹੈ, ਜਦੋਂ ਕਿਸੇ ਨੂੰ ਭੋਜਨ ਨਾ ਮਿਲੇ, ਭੁੱਖਾ ਨੰਗਾ ਹੋਵੇ, ਕਿਤੇ ਢੋਈ ਨਾ ਮਿਲੇ, ਫਿਰ ਬੰਦਾ ਆ ਕੇ ਜਿਹੜੇ ਵੀ ਕਿਸੇ ਗੁਰੂ ਪੀਰ ਨੂੰ ਮੰਨਦਾ ਉਹਦੇ ਅੱਗੇ ਅਰਦਾਸ ਕਰਦਾ। ਕਿ ਜੇ ਬੰਦਾ ਭਾਈ ਆਪਣਾ ਰੁਜ਼ਗਾਰ ਆਪ ਹੀ ਪੈਦਾ ਕਰਨ ਦੀ ਹਿੰਮਤ ਰੱਖਦਾ ਹੋਵੇ ਤੇ ਗੁਰੂਆਂ ਪੀਰਾਂ ਦੇ ਅੱਗੇ ਅਰਦਾਸ ਕਿਉਂ ਕਰੇ? ਮੇਰਾ ਕਾਰਜ ਬਣ ਜਾਏ, ਮੈਨੂੰ ਸਫਲਤਾ ਪ੍ਰਾਪਤ ਹੋ ਜਾਵੇ। ਜਦੋਂ ਸਫਲਤਾ ਪ੍ਰਾਪਤ ਹੁੰਦੀ ਉਦੋਂ ਤਾਂ ਅਸੀਂ ਭੁੱਲ ਜਾਂਦੇ ਹਾਂ, ਪਰ ਜਦੋਂ ਕਿਤੇ ਨਹੁੰ ਨਹੀਂ ਅੜਦਾ ਫਿਰ ਗੁਰੂਆਂ ਪੀਰਾਂ ਦਾ ਲੜ ਜ਼ਰੂਰ ਫੜਦੇ ਹਾਂ, ਬੇਨਤੀਆਂ ਜ਼ਰੂਰ ਕਰਦੇ। ਸਤਿਗੁਰੂ ਗਰੀਬ ਨਿਵਾਜ ਫਰਮਾਉਂਦੇ ਹਨ ਕਿ ਭਾਈ ਉਹ ਅਕਾਲ ਪੁਰਖ ਸਾਰਿਆਂ ਦੀ ਪ੍ਰਤਪਾਲਣਾ ਕਰਨੇ ਵਾਲਾ ਹੈ, ਉਹ ਸਾਰੇ ਜੀਵਾਂ ਦਾ ਉਦਮ ਆਪ ਹੀ ਕਰਦਾ ਹੈ। ਸਗਲ ਸਰੰਜਾਮ ਕਰੇ ਪ੍ਰਭ ਆਪੇ, ਉਹ ਸਾਰੀ ਪ੍ਰਕਾਰ ਦੇ ਉਦਮ ਬੰਦੋਬਸਤ ਪ੍ਰਭੂ ਨਿਰੰਕਾਰ ਆਪ ਕਰਦਾ ਹੈ। ਭਏ ਮਨੋਰਥ ਸੁਪ੍ਰਭ ਜਾਪੇ, ਜਿਹੜੇ ਤਤਪਦ ਦਾ ਲਖਾਇਕ ਜੋ ਬ੍ਰਹਮ ਉਸ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਹਨ, ਉਹਨੂੰ ਜਪਦੇ ਹਨ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਜਿਵੇਂ ਕੋਈ ਮਹਾਂਪੁਰਖ ਸਨ, ਉਹਨਾਂ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਗਰੀਬੀ ਬੜੀ ਹੈ, ਆਪ ਕਿਰਪਾ ਕਰੋ। ਕਹਿਣ ਲੱਗਿਆ, ਪੰਕਤੀ ਜਪਿਆ ਕਰ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਬਸ ਉਹਨੇ 24 ਘੰਟੇ ਦਾ ਜਾਪ ਕਰੀ ਜਾਣਾ। ਮਹਾਰਾਜ ਨੇ ਐਸੀ ਕਿਰਪਾ ਕੀਤੀ, ਦਿਨਾਂ 'ਚ ਹੀ ਬਦਲ ਗਿਆ। ਕਹਿੰਦਾ, ਮਹਾਰਾਜ ਹੁਣ ਮਾਇਆ ਦੀ ਤਾਂ ਕਿਰਪਾ ਹੈ, ਕਿਤੇ ਮਾਇਆ ਪਾ ਕੇ ਹਕਾਰੀ ਹੋ ਕੇ ਰੱਬ ਤੋਂ ਬੇਮੁਖ ਹੀ ਨਾ ਹੋ ਜਾਵਾਂ। ਹੁਣ ਕਿਰਪਾ ਕਰੋ, ਕੋਈ ਗਿਆਨ ਵਿਚਾਰ ਵੀ ਬਖਸ਼ੋ। ਕਹਿੰਦੇ, ਕਿਹੜਾ ਸੁਖਮਣੀ ਸਾਹਿਬ ਮੁੱਕ ਗਏ ਹਨ, ਹੁਣ ਅਗਲੀ ਪੰਕਤੀ ਭਾਈ ਪੜ੍ਹ ਲੈ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਗੱਜ ਕੇ ਬੋਲੋ ਸਤਿਨਾਮ। ਭਾਵ ਜਿਨ੍ਹਾਂ ਨੇ ਸ਼ਰਧਾ ਭਗਤੀ ਦੇ ਨਾਲ ਸੁਖਮਣੀ ਸਾਹਿਬ ਦੀ ਇੱਕ ਇੱਕ ਪੰਕਤੀ ਨੂੰ ਕਮਾਇਆ, ਉਹਨਾਂ ਦੇ ਘਰ 9 ਨਿਧਾਂ 18 ਸਿੱਧਾਂ ਹੋ ਗਈਆਂ। ਤੇ ਜਿਹੜੇ ਮੁਕੰਮਲ ਰੂਪ ਵਿੱਚ ਸੁਖਮਣੀ ਸਾਹਿਬ ਦੇ ਉਪਦੇਸ਼ ਦੀ ਕਮਾਈ ਕਰਨਗੇ, ਉਹਨਾਂ ਨੂੰ ਕਿੰਨੀਆਂ ਕੁ ਬਰਕਤਾਂ ਪ੍ਰਾਪਤ ਹੋਣਗੀਆਂ, ਉਹਨਾਂ ਦਾ ਤਾਂ ਵਰਣਨ ਹੋ ਹੀ ਨਹੀਂ ਸਕਦਾ। ਉਹਨਾਂ ਦਾ ਵਰਣਨ ਨਹੀਂ ਹੋ ਸਕਦਾ। ਅੱਜ ਬੜੇ ਬੜੇ ਮਹਾਂਪੁਰਖਾਂ ਦੇ ਲੰਗਰ ਚੱਲਦੇ ਹਨ, ਉਹ ਕਾਹਦੇ ਆਸਰੇ ਚੱਲਦੇ ਹਨ? ਕਮਾਈ ਕੀਤੀ ਹੈ, ਨਾਮ ਜਪਿਆ, ਸਿਮਰਨ ਦੇ ਬਲ ਨਾਲ ਥਾਂ ਥਾਂ ਨਿਸ਼ਾਨ ਝੁੱਲਦੇ ਹਨ। ਬੜੇ ਬੜੇ ਅਸਥਾਨ ਬਣ ਜਾਂਦੇ ਹਨ ਜਿੱਥੇ ਨਾਮ ਜਪਿਆ ਮੇਰੇ ਪਿਆਰੇ,
ਸੇ ਆਸਥਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ, ਸਈ ਨਗਰ ਆਜਾੜੀ ਜੀਓ। ਜਿੱਥੇ ਭਾਈ ਨਾਮ ਜਪਿਆ ਜਾਂਦਾ ਉੱਥੇ ਸੋਨੇ ਦੇ ਮਹਿਲ ਉਸਰ ਜਾਂਦੇ ਹਨ, ਦਿਨ ਰਾਤ ਲੰਗਰ ਚੱਲਦੇ ਹਨ, ਦੀਵਾਨ ਲੱਗਦੇ ਹਨ, ਸਾਧ ਸੰਗਤ ਦੀ ਆਵਾਜਾਈ ਭਰਮਾਰ ਰਹਿੰਦੀ ਹੈ। ਸੋ ਸਾਧ ਸੰਗ ਵੇਖ ਲਓ, ਕੋਈ ਘਰ ਇੱਕ ਪੁਸ਼ਤ ਬਸੇਗਾ, ਕੋਈ 2 ਪੁਸ਼ਤਾਂ ਬਸੇਗਾ। ਅੱਜ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਹੁਣ ਤੇ ਪੁਸ਼ਤਾਂ ਗਿਣ ਲਓ ਕਿੰਨੀਆਂ ਹੋ ਗਈਆਂ, ਪਰ ਗੁਰੂ ਨਾਨਕ ਦੇ ਘਰ ਅੱਜ ਵੀ ਵਸ ਰਹੇ ਹਨ, ਨਿਸ਼ਾਨ ਵੀ ਝੁੱਲ ਰਹੇ ਹਨ, ਸੰਗਤਾਂ ਦੇ ਵੀ ਜੋੜ ਮੇਲੇ ਹੋ ਰਹੇ ਹਨ, ਕਥਾ ਕੀਰਤਨ ਗੁਰੂ ਕੇ ਲੰਗਰ ਦੀਆਂ ਵੀ ਸਾਧ ਸੰਗਤ ਜੀ ਮਹਿਮਾ ਹੋ ਰਹੀਆਂ ਹਨ। ਭਾਵ ਕਿਸੇ ਵਿਅਕਤੀ ਦੀ ਐਡੀ ਲੰਬੀ ਪੁਸ਼ਤ ਨਹੀਂ ਚੱਲਦੀ, ਪਰ ਇਹ ਗੁਰੂ ਘਰ ਦੀ ਪੁਸ਼ਤ ਹੈ ਜਿਹੜੀ ਕਦੇ ਖਤਮ ਹੀ ਨਹੀਂ ਹੁੰਦੀ। ਇਹ ਸਾਧ ਸੰਗਤ ਜੀ ਐਸੀ ਪੁਸ਼ਤ ਸਤਿਗੁਰੂ ਜੀ ਨੇ ਚਲਾਈ, ਅਵਚਲ ਨੀਵ ਰਖਾਈ, ਜੋਗੋ ਜੋਗਾ ਅਟਲ ਹੈ ਮਹਿਮਾ ਗੁਰੂ ਨਾਨਕ ਸਾਹਿਬ ਦੇ ਪਰਮ ਪਵਿੱਤਰ ਘਰ ਦੀ। ਸੋ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਜਿਹੜੇ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ, ਫਿਰ ਉਹ ਗੁਰਮੁਖ ਪਿਆਰਿਆਂ ਦਾ ਜਸ ਵੀ ਇੱਕ ਦਿਨ ਅਟਲ ਹੋ ਜਾਂਦਾ। ਉਹਨਾਂ ਗੁਰਮੁਖਾਂ ਦੀ ਮਹਿਮਾ ਵੀ ਦੁਨੀਆ ਤੇ ਅਟਲ ਹੋ ਜਾਂਦੀ ਹੈ ਸਿਮਰਨ ਕਰਨ ਵਾਲਿਆਂ ਦੀ। ਅੱਜ ਦੇਖ ਲਓ, ਕਬੀਰ ਸਾਹਿਬ ਨੂੰ ਸਾਰੀ ਦੁਨੀਆ ਜਾਣਦੀ, ਰਵਿਦਾਸ ਜੀ ਭਾਵੇਂ ਗਰੀਬ ਘਰਾਣੇ ਦੇ ਸਨ, ਉਹਨਾਂ ਦੀ ਮਹਿਮਾ ਸਾਰੇ ਗਾਉਂਦੇ ਹਨ। ਭਗਤ ਨਾਮਦੇਵ ਜੀ ਭਾਵੇਂ ਸਵਰਨ ਜਾਤੀਆਂ ਗਰੀਬ ਜਾਤੀ ਵਿੱਚੋਂ ਸਨ, ਸਾਰੇ ਉਹਨਾਂ ਦੀ ਉਸਤਤ ਕਰਦੇ ਹਨ। ਧੰਨਾ ਜੀ ਦਾ ਸਾਰੇ ਮਾਣ ਸਤਿਕਾਰ ਪਿਆਰ ਕਰਦੇ ਹਨ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਪ੍ਰਭੂ ਦੇ ਨਾਮ ਨੂੰ ਜਪਿਆ, ਭਗਤ ਜਨਾਂ ਦਾ ਜਿਹੜਾ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਮਨੋਰਥ ਸੀ ਉਹ ਪੂਰਾ ਹੋ ਗਿਆ। ਦੁਨੀਆ ਦੇ ਉੱਤੇ ਆ ਕੇ ਬਹੁਤੇ ਉਹ ਪਦਾਰਥਾਂ ਦੀ ਦੌੜ ਵਿੱਚ ਨਹੀਂ ਪੈਂਦੇ ਭਗਤ ਲੋਕ। ਉਹ ਕਹਿੰਦੇ ਇਹ ਤਾਂ ਜਿੰਨੀ ਕੁ ਪਰਾਰਬਧ ਸਾਨੂੰ ਮਿਲੀ ਜਾਣੇ ਆ ਸੁਭਾਵਿਕ ਹੀ। ਉਹ ਜ਼ਿਆਦਾ ਜ਼ੋਰ ਆਪਣਾ ਸੇਵਾ ਵੱਲ, ਪਰਉਪਕਾਰ ਵੱਲਾਂ, ਸਿਮਰਨ ਵੱਲਾਂ, ਸਤਸੰਗ ਵੱਲ ਔਰ ਨਾਮ ਅਭਿਆਸ ਵੱਲ ਭਾਈ ਲਾਉਂਦੇ ਹਨ। ਭਏ ਮਨੋਰਥ ਸੋ ਪ੍ਰਭ ਜਾਪੇ। ਸੋ ਜਿਹੜਾ ਤਤਪਦ ਦਾ ਲਿਖਾਇਕ ਪ੍ਰਭੂ, ਜਿਹੜੇ ਉਹਦੇ ਪਵਿੱਤਰ ਨਾਮ ਨੂੰ ਜਾਪੇ ਜਪਦੇ ਹਨ, ਉਹਨਾਂ ਦੇ ਸਾਰੇ ਹੀ ਮਨੋਰਥ ਭਏ ਪੂਰੇ ਹੋ ਗਏ ਹਨ। ਉਹਨਾਂ ਦਾ ਮਨੋਅਰਥ, ਕੋਈ ਵੀ ਮਨੋਰਥ ਅਧੂਰਾ ਨਹੀਂ ਰਹਿੰਦਾ, ਸਾਰੇ ਕਾਰਜ ਉਹਨਾਂ ਦੇ ਪੂਰੇ ਹੋ ਜਾਂਦੇ ਹਨ। ਕਿਉਂਕਿ ਉਹਨਾਂ ਦਾ ਭਰੋਸਾ ਹੈ ਸੰਤਾਂ ਕੈ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਆਰਾਮ। ਉਹ ਸ਼ਬਦ ਪੜ੍ਹਦੇ ਹਨ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਾਹਿ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ। ਹਰ ਵੇਲੇ ਉਹਨਾਂ ਦੀ ਇਹ ਟੇਕ ਹੈ। ਜਦੋਂ ਵੀ ਉਹ ਕੋਈ ਕਾਰੋਬਾਰ ਸ਼ੁਰੂ ਕਰਦੇ, ਉਸ ਅਕਾਲ ਪੁਰਖ ਦਾ ਕਥਾ ਕੀਰਤਨ ਕਰਾ ਕੇ, ਅਰਦਾਸ ਕਰਕੇ, ਪ੍ਰਸ਼ਾਦ ਵੰਡ ਕਰਕੇ ਫਿਰ ਭਾਈ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਨ। ਫਿਰ ਸਤਿਗੁਰੂ ਜੀ ਦੀ ਕਿਰਪਾ ਨਾਲ ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਤਥਾ ਹਮ ਤਨ ਭੰਤ ਭਾਗਤ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟਿਆ ਤੋਲ, ਖਾਵਹੁ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਬਦਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਘਾਟਾ ਨਹੀਂ, ਲਾਭ ਹੀ ਲਾਭ ਪ੍ਰਾਪਤ ਹੁੰਦਾ ਹੈ ਜਿਹੜੇ ਗੁਰੂ ਸਾਹਿਬ ਦੇ ਨਾਮ ਦੀ ਭਾਈ ਕਮਾਈ ਕਰਦੇ ਹਨ। ਆਰਥ ਧਰਮ ਕਾਮ ਮੋਹ ਕਾ ਦਾਤਾ। ਕਹਿੰਦੇ ਸਿਮਰਨ ਕਰਨੇ ਨਾ ਅਰਥ, ਅਰਥ ਨਾਮ ਹੈ ਮਾਇਆ ਦਾ। ਮਾਇਆ ਵੀ ਮਿਲ ਜਾਂਦੀ ਹੈ। ਜਿਸ ਧਨ ਕੋ 4 ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜੇ ਸੁਖ ਕੋ ਨਿਤ ਬਾਦਸ਼ਾਹ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਅਰਥ ਮਾਇਆ ਇਹ ਵੀ ਪ੍ਰਾਪਤ ਹੋ ਜਾਂਦੀ। ਧਰਮ, ਧਰਮ ਵੀ ਪ੍ਰਾਪਤ ਹੋ ਜਾਂਦਾ। ਔਰ ਕਾਮ, ਦੁਨੀਆ ਦੀਆਂ ਕਾਮਨਾ ਵੀ ਦੀਆਂ ਪੂਰੀਆਂ ਹੋ ਜਾਂਦੀਆਂ। ਚਾਹੇ ਪੁੱਤਰ ਦੀ ਕਾਮਨਾ ਹੈ, ਚਾਹੇ ਸਾਧ ਸੰਗਤ ਜੀ ਮਿੱਤਰਾਂ ਦੇ ਸੁਖ ਦੀ ਕਾਮਨਾ ਹੈ, ਚਾਹੇ ਕਿਸੇ ਪਦਾਰਥ ਦੀ ਪ੍ਰਾਪਤੀ ਦੀ ਕਾਮਨਾ ਹੈ, ਚਾਹੇ ਕਿਸੇ ਨੌਕਰੀ ਦੇ ਉੱਚੇ ਰੁਤਬੇ ਪ੍ਰਾਪਤ ਕਰਨ ਦੀ ਕਾਮਨਾ ਹੈ, ਚਾਹੇ ਕੋਈ ਹੋਰ ਇਹਦੀ ਉੱਚੀ ਤੋਂ ਉੱਚੀ ਬੁਲੰਦੀ ਵਾਲੀ ਕਾਮਨਾ ਹੈ। ਗੁਰਮਤਿ ਦੇ ਅਨੁਸਾਰ
ਇਹਦੀਆਂ ਕਾਮਨਾ ਗੁਰੂ ਦਰਬਾਰ 'ਚੋਂ ਪੂਰੀਆਂ ਹੋ ਜਾਂਦੀਆਂ ਹਨ। ਮੋਹ ਕਾ ਦਾਤਾ, ਮੋਖ ਨਾਮ ਹੈ ਮੁਕਤੀ ਦਾ, ਮੁਕਤੀ ਵੀ ਪ੍ਰਾਪਤ ਹੋ ਜਾਂਦੀ। ਉਹ ਮੁਕਤੀ ਨੂੰ ਵੀ ਦੇਣੇ ਵਾਲਾ ਦਾਤਾ ਵਾਹਿਗੁਰੂ ਦੇ ਦਰਬਾਰ 'ਚੋਂ ਅਰਥ, ਮਾਇਆ, ਧਰਮ, ਪੁੱਤਰ ਤੇ ਮੁਕਤੀ ਆਦਿਕ ਜਿਹੜੇ ਚਾਰੇ ਪਦਾਰਥ ਹਨ ਇਹ ਪ੍ਰਾਪਤ ਹੋ ਜਾਂਦੇ ਹਨ। ਚਾਰ ਪਦਾਰਥ ਦੇਤ ਨਾ ਬਾਹਰ, ਚਾਰੇ ਪਦਾਰਥਾਂ ਨੂੰ ਉਹ ਦੇਣ ਲੱਗਾ, ਬਾਹਰ ਦੇਰੀ ਨਹੀਂ ਕਰਦਾ ਹੈ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਆਪ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਰੋਜ਼ ਪੜ੍ਹਦੇ, ਭਾਵ ਉਹਨਾਂ ਦੀਆਂ ਸਾਰੀਆਂ ਮਨੋਕਾਮਨਾ ਗੁਰਮਤਿ ਦੇ ਅਨੁਸਾਰ ਪੂਰੀਆਂ ਹੋ ਜਾਂਦੀਆਂ ਹਨ। ਪੂਰੀ ਭਈ ਸਿਮਰ ਸਿਮਰ ਵਧਾਤਾ, ਵਧਾਤਾ ਹੈ ਜੋ ਵਿਧੀਆਂ ਨੂੰ ਮੇਲਣ ਵਾਲਾ, ਐਸਾ ਜੋ ਵਿਧੀਆਂ ਨੂੰ ਬਣਾਉਣੇ ਵਾਲਾ ਵਧਾਤਾ, ਜਿਹੜੇ ਮਨ ਬਾਣੀ ਸਰੀਰ ਕਰਕੇ ਉਸ ਵਾਹਿਗੁਰੂ ਜੀ ਦੇ ਪਰਮ ਪਵਿੱਤਰ ਨਾਮ ਦਾ ਸਿਮਰਨ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਹੀ ਸ਼ੁਭ ਮਨੋਕਾਮਨਾ ਭਾਈ ਪੂਰੀਆਂ ਹੋ ਜਾਂਦੀਆਂ ਹਨ। ਸਿਮਰਨ ਕਰਨ ਵਾਲਿਆਂ ਨੂੰ ਦੁਨੀਆ ਤੇ ਵੱਡੇ ਤੋਂ ਵੱਡੀਆਂ ਵਸਤੂਆਂ ਪ੍ਰਾਪਤ ਹੋਈਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦਾ ਪ੍ਰਸੰਗ ਆਉਂਦਾ ਕਿ ਇੱਕ ਦਿਨ ਜੋ ਕਾਬਲ ਦਾ ਅਫਗਾਨ ਸੀ ਸ਼ਾਹ ਜਮਾਨ, ਹਾਂ, ਉਸਨੇ ਇੱਕ ਐਸਾ ਸੁਪਨਾ ਵੇਖਿਆ। ਕੀ ਵੇਖਦਾ ਕਿ ਇੱਕ ਸੱਚਖੰਡ ਦਰਬਾਰ, ਉੱਥੇ ਦੁਨੀਆ ਦੇ ਸਾਰੇ ਪੀਰ ਪੈਗੰਬਰ ਬੈਠੇ ਹਨ। ਸਤਿਗੁਰੂ ਬਾਬਾ ਨਾਨਕ ਜੀ ਇੱਕ ਤਖਤ ਤੇ ਬਿਰਾਜਮਾਨ ਹਨ। ਸੋ ਇੱਕ ਅੱਖ ਤੋਂ ਕਾਣਾ ਲੜਕਾ ਉਹਨਾਂ ਨੂੰ ਚੌਰ ਕਰ ਰਿਹਾ ਹੈ। ਮੁਸਲਮਾਨਾਂ ਦੇ ਪੈਗੰਬਰ ਮੁਹੰਮਦ ਸਾਹਿਬ ਆਦਿਕ ਵੀ ਬੈਠੇ ਹਨ। ਇਹ ਸ਼ਾਹ ਜਮਾਨ ਖਾਂ ਉੱਥੇ ਗਿਆ। ਕੀ ਦੇਖਦੇ ਹਨ, ਇੱਕ ਕੋਈ ਪੁਰਸ਼ ਆਇਆ, ਉਸਨੇ ਇਹਦੇ ਸਿਰ ਤੋਂ ਤਾਜ ਲਾ ਲਿਆ, ਲਾ ਕਰਕੇ ਉਸ ਕਾਣੇ ਲੜਕੇ ਦੇ ਸਿਰ ਤੇ ਰੱਖ ਦਿੱਤਾ। ਸ਼ਾਹ ਜਮਾਨ ਕਹਿਣ ਲੱਗਾ, ਇਹ ਸੁਪਨੇ ਵਿੱਚ ਵੇਖ ਰਿਹਾ। ਉਹ ਮੁਹੰਮਦ ਸਾਹਿਬ ਨੂੰ ਕਹਿੰਦਾ, ਮਹਾਰਾਜ, ਕੁਰਾਨ 'ਚ ਲਿਖਿਆ ਹੋਇਆ ਕਿ ਮੁਹੰਮਦ ਸਾਹਿਬ ਭਿਸਤ ਵਿੱਚ ਮੁਸਲਮਾਨਾਂ ਦੀ ਸਿਫਾਰਿਸ਼ ਕਰਦੇ ਹਨ, ਤੁਹਾਡੀ ਹਾਜ਼ਰੀ ਵਿੱਚ ਮੇਰਾ ਤਾਜ ਲਾ ਕੇ ਲੈ ਗਏ ਹਨ, ਤੇ ਫੇਰ ਕੀ ਹੋਵੇਗਾ? ਅੱਗੇ ਮੈਨੂੰ ਮਦਦ ਦੀ ਕੀ ਆਸ ਹੋਵੇਗੀ? ਮੇਰੇ ਤਾਜ ਤਾਂ ਇੱਥੇ ਲੈ ਰਹੇ ਹਨ। ਉਹ ਕਹਿੰਦੇ ਹਨ, ਭਾਈ ਅਸੀਂ ਕੀ ਕਰੀਏ? ਉਹ ਜਿਹੜਾ ਲੜਕਾ ਗੁਰੂ ਨਾਨਕ ਸਾਹਿਬ ਨੂੰ ਚੌਰ ਕਰਦਾ, ਉਹ ਨਾਮ ਜਪ ਕੇ ਸਿਮਰਨ ਕਰਕੇ ਬੜੀ ਕਮਾਈ ਕੀਤੀ ਹੈ। ਤੈਂ ਜ਼ੁਲਮ ਕਰ ਕਰਕੇ ਆਪਣਾ ਤਪ ਜਿਹੜਾ ਸੀ ਨਾਸ ਕਰ ਲਿਆ। ਹੁਣ ਇਹਦਾ ਜਿਹੜਾ ਤਪ ਹੈ ਉਜਾਗਰ ਹੋ ਗਿਆ ਹੈ। ਇਹ ਗੁਰੂ ਸਾਹਿਬ ਨੂੰ ਚੌਰ ਕਰਦਾ। ਹੁਣ ਇਹ ਜਿਹੜਾ ਤਾਜ ਹੈ ਥੋੜੇ ਦਿਨਾਂ ਤੋਂ ਬਾਅਦ ਇਹਦੇ ਸਿਰ ਤੇ ਆ ਜਾਣਾ। ਜਿਲੇ ਸੁਪਨਾ ਖੋਲਿਆ ਉਹ ਹੈਰਾਨ ਹੋਇਆ, ਕੀ ਗੱਲ? ਜਿੱਦਣ ਵੀ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਗ੍ਰਿਫਤਾਰ ਕੀਤਾ, ਉਦਣ ਯਾਦ ਆਇਆ ਕਿ ਉਹ ਸੁਪਨਾ ਨਹੀਂ, ਉਹ ਸੱਚ ਸੀ। ਗੱਜ ਕੇ ਬੋਲੋ ਸਤਿਨਾਮ। ਇਸ ਕਰਕੇ ਸਾਧ ਸੰਗਤ ਜੀ, ਸਿਮਰਨ ਦੇ ਬਲ ਤੋਂ ਹੀ ਤਾਜ, ਮੁਕਟ, ਚਬਰ ਪ੍ਰਾਪਤ ਹੁੰਦੇ ਹਨ। ਭਾਵ ਗੁਰਸਿੱਖਾਂ ਨੇ ਜੇ ਤਪ ਕਰਕੇ ਧਰੂ ਨੇ ਰਾਜ ਮੰਗਿਆ, ਤਪੱਸਿਆ ਤਾਂ ਲੱਗਾ ਸੀ ਰਾਜ ਦੀ ਪ੍ਰਾਪਤੀ ਲਈ ਕਰਨ, ਮੇਰੀ ਬੈਰੀ ਮਿੱਤਰ ਹੋ ਜਾਣ, ਪਰ ਭਜਨ ਕਰਦਿਆਂ ਕਰਦਿਆਂ ਨਿਸ਼ਕਾਮ ਹੋ ਗਿਆ। ਜਦੋਂ ਅਕਾਲ ਪੁਰਖ ਪ੍ਰਗਟ ਹੋਏ, ਕਹਿਣ ਲੱਗੇ ਵਰ ਮੰਗ ਲੈ। ਕਹਿਣ ਲੱਗਾ ਜੀ ਮੁਕਤੀ ਦਿਓ। ਕਹਿੰਦੇ ਮਿਲ ਤਾਂ ਇਹ ਵੀ ਜਾਊ, ਪਰ ਜਦੋਂ ਤੂੰ ਤਪੱਸਿਆ ਕਰਨ ਲੱਗਾ ਸੀ ਉਦੋਂ ਤਾਂ ਰਾਜ ਦੀ ਇੱਛਾ ਵਿੱਚ ਲੱਗਾ ਸੀ, ਮੇਰੇ ਬੈਰੀ ਮਿੱਤਰ ਬਣ ਜਾਣ। ਕਹਿੰਦੇ ਮਹਾਰਾਜ ਲੱਗਾ ਮੈਂ, ਵਾਕਿਆ ਇਵੇਂ ਸੀ, ਪਰ ਸਿਮਰਨ ਕਰਦਿਆਂ ਕਰਦਿਆਂ ਮੈਂ ਨਿਸ਼ਕਾਮ ਹੋ ਗਿਆ। ਕਹਿਣ ਲੱਗੇ ਚੰਗਾ, ਹੁਣ ਜਿਹੜਾ ਪਹਿਲਾ ਫੁਰਨਾ ਸੀ ਉਹ ਵੀ ਤੇਰਾ ਪੂਰਾ ਕਰਾਂਗੇ। ਜਾਂ ਰਾਜ ਦਾ ਵੀ ਸੁੱਖ ਭੋਗ, ਬੈਰੀ ਵੀ ਤੇਰੇ ਮਿੱਤਰ ਹੋ ਜਾਣਗੇ। ਔਰ ਬਾਅਦ ਵਿੱਚ ਇਹਨੂੰ ਕਹਿੰਦੇ ਮੁਕਤੀ ਦੀ ਪਦਵੀ ਵੀ ਪ੍ਰਾਪਤ ਹੋਈ। ਇਹ ਸਾਰੀਆਂ ਚੀਜ਼ਾਂ ਭਾਈ ਸਿਮਰਨ ਤੋਂ ਸਤਿਗੁਰੂ ਜੀ ਕਹਿੰਦੇ ਪ੍ਰਾਪਤ ਹੁੰਦੀਆਂ ਹਨ। ਪੂਰੀ ਭਈ ਸਿਮਰ ਸਿਮਰ ਵਧਾਤਾ, ਜਿਨ੍ਹਾਂ ਨੇ ਉਸ ਵਧਾਤਾ ਅਕਾਲ ਪੁਰਖ ਦਾ ਮਨ ਬਾਣੀ ਸਰੀਰ ਕਰਕੇ ਸਿਮਰਨ ਕੀਤਾ, ਉਹਨਾਂ ਦੇ ਮਨ ਦੀਆਂ ਸਾਰੀਆਂ ਸ਼ੁਭ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ। ਸਾਧ ਸੰਗ ਨਾਨਕ ਰੰਗ ਮਾਣਿਆ। ਕਹਿੰਦੇ ਹਨ
ਸਾਧੂਆਂ ਦਾ ਸੰਗ ਕਰਕੇ ਉਹਨਾਂ ਗੁਰਮੁਖ ਪਿਆਰਿਆਂ ਨੇ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਸੱਚਖੰਡ ਦਰਬਾਰ ਦਾ ਜੋ ਰੰਗ ਆਨੰਦ ਹੈ ਇਸ ਨੂੰ ਮਾਣਿਆ ਪ੍ਰਾਪਤ ਕੀਤਾ ਹੈ। ਵਾਹਿਗੁਰੂ ਦੇ ਮਲਾਪ ਦਾ ਜੋ ਆਨੰਦ ਹੈ ਪ੍ਰਾਪਤ ਹੋਇਆ ਜਦੋਂ ਮਹਾਂਪੁਰਖਾਂ ਦੀ ਉਹਨਾਂ ਨੂੰ ਸੰਗਤ ਪ੍ਰਾਪਤ ਹੋਈ। ਮਹਾਂਪੁਰਖ ਸੰਗਤ ਨੂੰ ਨਾਮ ਜਪਣ ਦੀ, ਸਿਮਰਨ ਕਰਨ ਦੀ, ਸਤਸੰਗ ਕਰਨ ਦੀ ਪ੍ਰੇਰਨਾ ਦਿੰਦੇ ਹਨ। ਜਿਹੜੇ ਗੁਰਸਿੱਖ ਪ੍ਰੇਰਨਾ ਲੈ ਕੇ ਭਾਈ ਤੜਕੇ ਉੱਠਦੇ ਹਨ, ਇਸ਼ਨਾਨ ਕਰਦੇ ਹਨ, ਨਾਮ ਜਪਦੇ ਹਨ, ਬਾਣੀ ਪੜ੍ਹਦੇ ਹਨ, ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ ਔਰ ਸਤਸੰਗ ਵਿੱਚ ਕਥਾ ਕੀਰਤਨ 'ਚ ਆਪਣਾ ਸਮਾਂ ਬਿਤਾਉਂਦੇ ਹਨ। ਫਿਰ ਆਪਣੇ ਗ੍ਰਸਥ ਦੇ ਕਾਰੋਬਾਰਾਂ 'ਚ ਧਰਮ ਦੀ ਕਿਰਤ ਕਰਦੇ ਹਨ, ਨਾਮ ਜਪਦੇ ਹਨ, ਵੰਡ ਛਕਦੇ ਹਨ। ਉਹਨਾਂ ਨੂੰ ਭਾਈ ਫਿਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਹੁਣ ਇਹ ਜਿਹੜਾ ਉਪਦੇਸ਼ ਹੈ ਇਹ ਮਹਾਂਪੁਰਖਾਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਕਹਿੰਦੇ ਹਨ ਕਿ ਉਹ ਜਿਹੜੇ ਗੁਰਸਿੱਖ ਹਨ ਉਹਨਾਂ ਨੇ ਸਾਧ ਸੰਗਤ ਵਿੱਚ ਆ ਕਰਕੇ ਵਾਹਿਗੁਰੂ ਦੇ ਮਲਾਪ ਦਾ ਜੋ ਪ੍ਰੇਮ ਦਾ ਆਨੰਦ ਹੈ, ਰੰਗ ਹੈ, ਇਸ ਨੂੰ ਮਾਣਿਆ ਹੈ। ਘਰ ਆਇਆ ਪੂਰਾ ਗੁਰ ਆਣਿਆ। ਇਹ ਜੀਵ ਸੰਸਾਰ ਨੂੰ ਆਪਣਾ ਘਰ ਮੰਨੀ ਬੈਠਾ। ਜਿਵੇਂ ਇੱਕ ਸਾਧ ਸੰਗਤ ਦੀ ਲੜਕੀ ਆਪਣੇ ਪੇਕੇ ਘਰ ਨੂੰ ਆਪਣਾ ਘਰ ਮੰਨੇ, ਨਹੀਂ, ਗੁਰੂ ਸਾਹਿਬ ਨੇ ਬਾਣੀ ਵਿੱਚ ਪੇਕੇ ਘਰ ਨੂੰ ਲੜਕੀ ਦਾ ਘਰ ਨਹੀਂ ਮੰਨਿਆ, ਸਹੁਰੇ ਘਰ ਨੂੰ ਲੜਕੀ ਦਾ ਘਰ ਮੰਨਿਆ। ਬੀਬੀ ਬੀਰੋ ਜੀ ਦਾ ਇਤਿਹਾਸ ਪੜ੍ਹ ਲਓ ਤੁਸੀਂ ਗੁਰੂ ਘਰ ਚੋਂ ਹੀ। ਬਾਹਰ ਦਾ ਪ੍ਰਮਾਣ ਤਾਂ ਆਪਾਂ ਕੀ ਦੇਣਾ, ਸਤਿਗੁਰਾਂ ਦੇ ਇਤਿਹਾਸ ਦਾ ਹੀ ਪ੍ਰਮਾਣ ਸੁਣੋ। ਜਦੋਂ ਬੀਬੀ ਬੀਰੋ ਜੀ ਦੀ ਸ਼ਾਦੀ ਹੋਈ, ਹੁਣ ਦੇਖੋ ਘਰ ਵਿੱਚ ਹਰ ਵੇਲੇ ਸਤਿਗੁਰਾਂ ਦਾ ਦਰਸ਼ਨ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਕਥਾ ਕੀਰਤਨ ਸੁਣਨਾ, ਫਿਰ ਸਾਧ ਸੰਗਤ ਦੀ ਸੇਵਾ ਕਰਨੀ, ਕਿੱਡਾ ਆਨੰਦ ਹੋਵੇਗਾ। ਬੀਬੀ ਜੀ ਦਾ ਸਤਿਗੁਰਾਂ ਨਾਲ ਬੜਾ ਪਿਆਰ ਸੀ। ਲੜਕੀਆਂ ਦਾ ਪਿਤਾ ਨਾਲ ਪਿਆਰ ਹੁੰਦਾ ਹੀ ਹੈ, ਇੱਕ ਤਾਂ ਪਿਤਾ ਨਾਤੇ ਦਾ ਪਿਆਰ, ਇੱਕ ਗੁਰੂ ਨਾਤੇ ਦਾ ਪਿਆਰ। ਨਾਤੇ ਜੂ ਦੋ ਵੱਡੇ ਹੋ ਗਏ। ਉਹਨਾਂ ਦਿਨਾਂ 'ਚ ਕਹਾਰ ਡੋਲੇ ਚੱਕ ਕਰਕੇ ਲਿਜਾਇਆ ਕਰਦੇ ਸਨ। ਬੀਬੀ ਜੀ ਨੇ ਕਹਾਰਾਂ ਨੂੰ ਕਿਹਾ ਕਿ ਸਾਡੇ ਘਰ ਦਾ ਜਿਹੜਾ ਛੋਟਾ ਬੂਹਾ ਨਾ ਉਧਰ ਡੋਲਾ ਲੈ ਚਲੋ। ਉਹਨਾਂ ਨੂੰ ਹੁਕਮ ਮੰਨਣਾ ਪਿਆ। ਭਾਵ ਮੇਰਾ ਡੋਲਾ ਜਦੋਂ ਦਰਵਾਜ਼ੇ ਵਿੱਚ ਹੀ ਨਹੀਂ ਲੰਘੇਗਾ ਤੇ ਮੈਂ ਗੁਰੂ ਘਰ ਚੋਂ ਨਾ ਜਾਵਾਂਗੀ ਤੇ ਮੈਨੂੰ ਰੋਜ਼ਾਨਾ ਹੀ ਸਤਿਗੁਰਾਂ ਦਾ ਪਾਵਨ ਦਰਸ਼ਨ, ਸਤਸੰਗ ਪ੍ਰਾਪਤ ਹੁੰਦਾ ਰਹੇਗਾ। ਸਤਿਗੁਰੂ ਜੀ ਨੂੰ ਇਹ ਸਾਰਾ ਪ੍ਰਸੰਗ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ। ਕਹਿੰਦੇ ਮਹਾਰਾਜ ਬੀਬੀ ਬੀਰੋ ਜੀ ਨੇ ਇਸ ਤਰ੍ਹਾਂ ਖੇਡ ਕਰਵਾਈ ਹੈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਦਰਵਾਜ਼ਾ ਢਾਹ ਦਿਓ, ਇੱਥੋਂ ਹੀ ਡੋਲਾ ਬਾਹਰ ਕੱਢੋ। ਲੜਕੀਆਂ ਜਿਹੜੀਆਂ ਹਨ ਆਪਣੇ ਘਰ ਹੀ ਸ਼ੋਭਾ ਪਾਉਂਦੀਆਂ ਹਨ। ਗੱਜ ਕੇ ਬੋਲੋ ਸਤਿਨਾਮ। ਸਭ ਨੇ ਸਹੁਰੇ ਵੰਝਣ, ਸਭ ਮੁਕ ਲਾਵਣ ਹਾਰ। ਇਸ ਕਰਕੇ ਜਿਵੇਂ ਲੜਕੀ ਦਾ ਅਸਲੀ ਘਰ ਸਿਆਣੇ ਸੱਜਣਾਂ ਨੇ ਆਪਣਾ ਸਹੁਰਾ ਘਰ ਮੰਨਿਆ, ਜਿਹੜਾ ਪੇਕਾ ਘਰ ਹੈ ਇਹ ਲੜਕੀ ਵਾਸਤੇ ਇੱਕ ਟ੍ਰੇਨਿੰਗ ਸੈਂਟਰ ਹੈ। ਮਾਤਾ ਪਿਤਾ ਦੇ ਘਰ ਵਿੱਚ ਉਹ ਲੰਗਰ ਬਣਾਉਣਾ, ਵਿਦਿਆ ਪ੍ਰਾਪਤ ਕਰਨੀ, ਫਿਰ ਸੀਣਾ ਪਰਾਉਣਾ ਜਾਂ ਹੋਰ ਕਈ ਤਰ੍ਹਾਂ ਦੀ ਮਾਈ ਸਰੀਰਾਂ ਦੀ ਵਿਦਿਆ ਹੈ ਜਿਹਨੂੰ ਪ੍ਰਾਪਤ ਕਰਦੀਆਂ ਹਨ। ਸੁਚੱਜਤਾ ਸਿੱਖ ਕਰਕੇ ਫਿਰ ਸਹੁਰੇ ਘਰ ਵਿੱਚ ਜਾ ਕੇ ਆਪਣੇ ਗੁਣ ਦੁਆਰਾ ਬਗਾਨਿਆਂ ਵਿੱਚ ਆਪਣੇ ਮਾਣ ਸਤਿਕਾਰ ਨੂੰ ਪ੍ਰਾਪਤ ਕਰਦੀਆਂ ਹਨ। ਜਿਹੜਾ ਪੇਕੇ ਘਰ ਹੈ ਇਹ ਲੜਕੀ ਵਾਸਤੇ ਇੱਕ ਬਹੁਤ ਵੱਡਾ ਵਿਦਿਆਲਾ। ਸੋ ਸਹੁਰੇ ਘਰ ਵਿੱਚ ਜਾ ਕੇ ਤਾਂ ਫਿਰ ਤਾਲੀਮ ਕੋਈ ਬਿਰਲੀ ਲੜਕੀ ਹੀ ਪ੍ਰਾਪਤ ਕਰਦੀ ਹੋਵੇਗੀ, ਹੋ ਉੱਥੇ ਵੀ ਸਕਦੀ ਹੈ, ਪਰ ਉੱਥੇ ਫਿਰ ਦੂਸਰੇ ਦੇ ਅਧੀਨ ਹੋ ਕੇ ਚੱਲਣਾ ਪੈਂਦਾ, ਉਨਾ ਸਮਾਂ ਨਹੀਂ ਮਿਲਦਾ। ਸੋ ਰਹੋ ਵਿਚਾਰ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਆ ਇਹਨੂੰ ਮਹਾਰਾਜ ਨੇ ਜੀਵ ਰੂਪੀ ਇਸਤਰੀ ਦਾ ਪੇਕਾ ਘਰ ਮੰਨਿਆ, ਸਹੁਰੇ ਘਰ ਪਰਲੋਕ ਨੂੰ ਮੰਨਿਆ। ਇਹ ਜਿਹੜਾ ਸੰਸਾਰ ਆ ਇੱਥੇ ਆ ਕੇ ਜੀਵ ਵਿਦਿਆ ਨੂੰ ਪ੍ਰਾਪਤ ਕਰਦਾ ਹੈ। ਜਿਹੜੇ ਇੱਥੇ ਆ ਕੇ ਪੜ੍ਹਾਈ ਪੜ੍ਹ ਕੇ ਗੁਰਮਤ ਦੀ ਪ੍ਰੀਖਿਆ ਪੱਤਰ ਵਿੱਚ ਪਾਸ ਹੋ ਗਏ ਹਨ, ਪਰਲੋਕ ਵਿੱਚ ਉਹਨਾਂ ਗੁਰਸਿੱਖ ਪਿਆਰਿਆਂ ਨੂੰ ਹੀ ਸਥਾਨ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਕਹਿੰਦੇ ਹਨ ਕਿ ਇਹ ਜਿਹੜਾ ਸੰਸਾਰ ਰੂਪੀ ਘਰ ਇਹਨੂੰ ਗੁਰੂ ਸਾਹਿਬ ਨੇ ਆਪਣਾ ਪੱਕਾ ਘਰ ਨਹੀਂ ਮੰਨਿਆ। ਘਰ ਛੱਡਣਾ ਰਹਿ ਨਾ ਕੋਈ। ਇਹ ਸੰਸਾਰ ਰੂਪੀ ਘਰ ਚਾਹੇ ਕੋਈ ਵੱਡਾ ਹੈ ਚਾਹੇ ਕੋਈ ਛੋਟਾ ਹੈ, ਸਭ ਨੂੰ ਇੱਕ ਦਿਨ ਛੱਡਣਾ ਪੈਣਾ।
ਭਾਵੇਂ ਰਾਜਾ ਹੈ, ਭਾਵੇਂ ਕੰਗਾਲ ਹੈ, ਭਾਵੇਂ ਅਮੀਰ ਹੈ, ਭਾਵੇਂ ਵਜ਼ੀਰ ਹੈ, ਇਹ ਘਰ ਸਾਰਿਆਂ ਨੂੰ ਇੱਕ ਦਿਨ ਛੱਡਣਾ ਪੈਣਾ। ਬਲਕਿ ਆ ਸਰੀਰ ਵੀ ਸਾਡਾ ਘਰ ਆ, ਜਿਹੜੇ ਛੋਟੇ ਛੋਟੇ ਘਰਾਂ 'ਚ ਰਹਿੰਦੇ ਉਹ ਵੀ ਸਾਡਾ ਘਰ ਆ, ਦੇਸ਼ ਇਲਾਕਾ ਵੀ ਘਰ ਆ, ਦੇਸ਼ ਵੀ ਘਰੇ ਹੀ ਆ ਨਾ ਸਾਡੇ। ਜਿਹੜੇ ਦੇਸ਼ 'ਚ ਕੋਈ ਰਹਿੰਦਾ, ਜਿਹੜੇ ਮੁਲਕ ਵਿੱਚ ਰਹਿੰਦਾ, ਉਹ ਵੀ ਘਰ ਹੈ। ਫਿਰ ਨਗਰ ਵੀ ਘਰ ਹੈ, ਜ਼ਿਲ੍ਹੇ ਵੀ ਘਰ ਹਨ, ਸਟੇਟਾਂ ਵੀ ਘਰ ਹਨ, ਹੈਂ ਜੀ, ਇਹ ਵੀ ਘਰ ਵੱਜਦੇ ਹਨ। ਸਾਡਾ ਘਰ ਕਿਹੜਾ? ਅਸੀਂ ਇੱਥੇ ਕਹਾਂਗੇ ਜੀ ਸਾਡਾ ਅਸਲੀ ਘਰ ਭਾਰਤ ਹੈ, ਅਸੀਂ ਭਾਰਤ ਵਾਸੀ ਹਾਂ। ਜਿਹੜੇ ਇੱਥੇ ਦੇ ਵਸਿੰਦੇ ਹਨ ਉਹ ਕਹਿਣਗੇ ਅਸੀਂ ਇੱਥੇ ਦੇ ਵਾਸੀ ਹਾਂ। ਸੋ ਕਹਿਣ ਤੋਂ ਭਾਵ ਹੈ ਸਰੀਰ ਵੀ ਘਰ ਹੈ ਜਿਹਦੇ ਵਿੱਚ ਸਾਡੀ ਚੇਤਨ ਸ਼ਕਤੀ ਰਹਿ ਰਹੀ, ਪਰ ਸਰੀਰ ਨੂੰ ਵੀ ਤੇ ਇਹਨਾਂ ਦੇਸਾਂ ਰੂਪੀ ਜਾਂ ਛੋਟਿਆਂ ਘਰਾਂ ਨੂੰ ਜਿਨ੍ਹਾਂ ਵਿੱਚ ਆਪਾਂ ਆਪਣਾ ਸਮਾਂ ਬਤੀਤ ਕਰ ਰਹੇ ਹਾਂ, ਇੱਕ ਦਿਨ ਅਵੱਛਮੇਵ ਛੱਡਣਾ ਪੈਣਾ। ਫਿਰ ਅਸਲੀ ਘਰ ਕਿਹੜਾ ਹੈ? ਉਹ ਹੈ ਸੱਚਖੰਡ, ਗੁਰੂ ਦੇ ਚਰਨ, ਗੁਰੂ ਕੀ ਸਾਧ ਸੰਗਤ। ਇਸ ਕਰਕੇ ਮਹਾਰਾਜ ਕਹਿੰਦੇ ਹਨ ਕਿ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਤਾਂ ਤੇ ਸਾਧ ਸੰਗਤ ਜੀ ਕਹਿੰਦੇ ਹਨ ਕਿ ਜੀਵ ਪਰਮਾਦੀ ਹੋਇਆ ਗਿਆਨ ਦੀ ਅਵਸਥਾ ਨੂੰ ਨਾ ਪ੍ਰਾਪਤ ਕਰਕੇ ਦੂਸਰਿਆਂ ਘਰਾਂ ਨੂੰ ਬੰਨਣ ਵਿੱਚ ਸਾਰੀ ਜ਼ਿੰਦਗੀ ਲਾ ਰਿਹਾ ਹੈ। ਇਹ ਘਰ ਬੰਨਦੇ ਨੇ ਤੁਰ ਜਾਣਾ ਹੈ, ਤੇ ਜਿਹੜਾ ਸੱਚਾ ਘਰ ਹੈ ਉਹਨੂੰ ਬੰਨਣ ਵਾਸਤੇ ਕੋਈ ਕੋਸ਼ਿਸ਼ ਕਰ ਹੀ ਨਹੀਂ ਰਿਹਾ ਕਿ ਉਸ ਘਰ ਦੀ ਪ੍ਰਾਪਤੀ ਵਾਸਤੇ ਵੀ ਮੈਂ ਕੋਈ ਯਤਨ ਕਰਾਂ। ਪਰ ਕਹਿੰਦੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਹੈ, ਘਰ ਆਇਆ ਪੂਰੈ ਗੁਰ ਆਣਿਆ। ਹੁਣ ਇਹ ਆਪਣੇ ਅਸਲੀ ਘਰ ਸੱਚਖੰਡ ਵਿੱਚ ਆ ਗਿਆ ਹੈ। ਪੂਰੇ ਗੁਰੂ ਨੇ ਕਿਰਪਾ ਕਰਕੇ ਇਸ ਨੂੰ ਸਾਧ ਸੰਗਤ ਰੂਪੀ ਘਰ ਵਿੱਚ ਲੈ ਆਂਦਾ ਹੈ। ਜਦੋਂ ਬੰਦਾ ਬੁਰਾਈਆਂ ਕਰਨ ਲੱਗ ਜਾਏ ਨਾ, ਜਿਨ੍ਹਾਂ ਘਰਾਂ ਵਿੱਚ ਰਹਿੰਦਾ ਉਹਨਾਂ ਘਰਾਂ ਨੂੰ ਵੀ ਛੱਡ ਜਾਂਦਾ, ਕਿਉਂਕਿ ਮਾਤਾ ਪਿਤਾ ਨਾਲ ਨਹੀਂ ਬਣਦੀ, ਭੈਣਾਂ ਭਰਾਵਾਂ ਨਾਲ ਨਹੀਂ ਬਣਦੀ। ਉਹ ਵੀ ਕਹਿ ਦਿੰਦੇ ਹਨ ਜੇ ਭਾਈ ਤੂੰ ਘਰ ਦੇ ਅਸੂਲ ਅਨੁਸਾਰ ਨਹੀਂ ਚੱਲਣਾ ਤੇ ਇੱਥੋਂ ਚਲੇ ਜਾ। ਜਿਹੜੇ ਰੋਜ਼ ਕਲਾ ਹੁੰਦੀ ਇਹ ਵੀ ਉਸ ਘਰ ਨੂੰ ਛੱਡ ਜਾਂਦਾ। ਤੇ ਜੇ ਪੁੱਤਰ ਬੁਰਾਈਆਂ ਛੱਡ ਜਾਵੇ ਤੇ ਫਿਰ ਮਾਤਾ ਪਿਤਾ ਕਹਿਣ ਆ ਜਾ ਤੂੰ, ਹਾਲੇ ਤੇਰਾ ਕੀ ਵਿਗੜਿਆ, ਹਾਲੇ ਵੀ ਬੁਰਾਈ ਛੱਡ ਕੇ ਆ ਜਾ। ਜੇ ਹੁਕਮ ਮੰਨ ਕੇ ਮਾਤਾ ਪਿਤਾ ਦਾ ਬੁਰਾਈ ਛੱਡ ਦੇਵੇ, ਉਸ ਘਰ 'ਚ ਜਿਵੇਂ ਮੁੜ ਕੇ ਆ ਜਾਂਦਾ ਨਾ, ਇਸੇ ਤਰ੍ਹਾਂ ਇਹ ਜੀਵ ਬੁਰਾਈਆਂ ਤੇ ਐਬਾਂ ਨੂੰ ਕਰਨ ਕਰਕੇ ਵਾਹਿਗੁਰੂ ਦੇ ਘਰ ਵਿੱਚੋਂ ਕੱਢਿਆ ਗਿਆ ਹੈ। ਜਦੋਂ ਬੁਰਾਈਆਂ ਤੇ ਐਬ ਛੱਡ ਦਿੰਦਾ ਹੈ, ਫਿਰ ਵਾਹਿਗੁਰੂ ਕਿਰਪਾ ਕਰਦਾ, ਆ ਜਾ ਹੁਣ ਤਾਂ ਤੂੰ ਸੋਧਿਆ, ਹੁਣ ਸਾਤੋਂ ਪਰੇ ਕਿਉਂ ਜਾਣਾ। ਫਿਰ ਇਹ ਵੀ ਭਾਈ ਸੱਚਖੰਡ ਰੂਪੀ ਘਰ ਵਿੱਚ ਆ ਜਾਂਦਾ। ਰਾਮ ਰਾਏ ਨੇ ਦੇਖ ਲਓ ਗੁਰੂ ਘਰ ਨੂੰ ਛੱਡਿਆ, ਸੱਚੇ ਘਰ ਨੂੰ, ਸੱਚਾ ਘਰ ਛੱਡ ਕੇ ਮਨਮੁਖਤਾ ਨੂੰ ਧਾਰ ਲਿਆ, ਬਾਣੀ ਦੀ ਪੰਕਤੀ ਨੂੰ ਬਦਲ ਕੇ। ਭਾਵੇਂ ਨੂੰ 39 ਪਿੰਡਾਂ ਦਾ ਰਾਜ ਮਿਲ ਗਿਆ, ਪਰ ਗੁਰੂ ਘਰ 'ਚ ਉਹਦਾ ਬਦਖਲ ਰਿਹਾ ਨਾ, ਗੁਰੂ ਘਰ 'ਚ ਉਹਦਾ ਬਦਖਲ ਰਿਹਾ। ਗੁਰੂ ਘਰ ਨੂੰ ਕੋਈ ਪਿੰਡਾਂ ਦੀ ਜਗੀਰ ਨਹੀਂ ਸੀ। ਸਾਧ ਸੰਗਤ ਦੇ ਆਸਰੇ ਲੰਗਰ ਚੱਲਦੇ ਸਨ, ਸੰਗਤ ਹੀ ਗੁਰੂ ਘਰ ਦੀ ਜਗੀਰ ਸੀ। ਰਾਮ ਰਾਏ ਨੂੰ ਔਰੰਗਜ਼ੇਬ ਨੇ 39 ਪਿੰਡਾਂ ਦੀ ਜਗੀਰ ਦਿੱਤੀ ਸੀ, ਦੇਹਰਾਦੂਨ, ਹਾਲੇ ਵੀ ਉਹਦੀ ਗੱਦੀ ਉੱਥੇ ਚੱਲਦੀ ਹੈ। ਸੋ ਐਡਾ ਜਗੀਰਦਾਰ ਬਣ ਕੇ ਵੀ ਮਨ ਨੂੰ ਸ਼ਾਂਤੀ ਨਾ ਆਈ। ਸਿੱਖੀ ਸੇਵਕੀ ਬੇਅੰਤ ਮੰਨਦੀ ਸੀ, ਮਨ ਸ਼ਾਂਤ ਨਾ ਹੋਇਆ। ਔਰੰਗਜ਼ੇਬ ਬਾਦਸ਼ਾਹ ਵੀ ਉਹਨੂੰ ਮੰਨਦਾ ਸੀ, ਰਾਜ ਸੱਤਾ ਉਹਦੇ ਨਾਲ ਸੀ, ਮਨ ਸ਼ਾਂਤ ਨਾ ਹੋਇਆ, ਕਿਉਂਕਿ ਅਸਲੀ ਘਰ ਚੋਂ ਬਦਖਲ ਸੀ। ਬਦਖਲ ਹੋਣ ਕਰਕੇ ਰਾਮ ਰਾਏ ਦੁਖੀ ਰਿਹਾ। ਗੁਰੂ ਹਰਿਰਾਏ ਸਾਹਿਬ ਜੀ ਤੋਂ ਮਾਫੀ ਨਾ ਮੰਗ ਸਕਿਆ, 8ਵੇਂ ਪਾਤਸ਼ਾਹ ਜੀ ਤੋਂ ਮਾਫੀ ਨਾ ਮੰਗ ਸਕਿਆ, 9ਵੇਂ ਤੋਂ ਮਾਫੀ ਨਾ ਮੰਗ ਸਕਿਆ। ਜਦੋਂ 10ਵੇਂ ਪਾਤਸ਼ਾਹ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਤੋਂ ਕਿ ਫਤਿਹ ਚੰਦ ਰਾਜੇ ਨਾਲ ਮੇਰੀ ਸੁਲ੍ਹਾ ਕਰਾ ਦਿਓ, ਪੌਂਟਾ ਸਾਹਿਬ ਗਏ, ਰਾਮ ਰਾਏ ਜੀ ਨੂੰ ਪਤਾ ਲੱਗਿਆ। ਫਿਰ ਇਨ ਸਤਿਗੁਰਾਂ ਨੂੰ ਬੇਨਤੀ ਭੇਜੀ, ਕਿਉਂਕਿ ਮਹਾਰਾਜ ਜੀ ਪਰਿਵਾਰਕ ਤੌਰ ਤੇ ਇਹਦੇ ਚਾਚਾ ਜੀ ਲੱਗਦੇ ਸਨ, ਇਹ ਭਤੀਜਾ ਲੱਗਦਾ ਸੀ। ਬੇਨਤੀ ਭੇਜੀ ਕਿ ਮੈਂ ਤੁਹਾਨੂੰ ਗੁਰੂ ਨਾਨਕ ਦੀ ਗੱਦੀ ਜਾਣ ਕੇ ਸੱਚਾ ਗੁਰੂ ਮੰਨਦਾ, ਮੈਂ ਤਾਂ ਭੁੱਲ ਵਿੱਚ ਹੀ ਗੁਰੂ ਕਹਾਉਂਦਾ ਰਿਹਾ, ਆਪ ਕਿਰਪਾ ਕਰਕੇ ਮੈਨੂੰ ਖਿਮਾ ਕਰੋ, ਮੈਂ ਬਹੁਤ ਵੱਡਾ ਅਪਰਾਧ ਕੀਤਾ ਬਾਣੀ ਦੀ ਪੰਕਤੀ ਬਦਲ ਕੇ, ਜਿਸ ਕਾਰਨ ਨੂੰ ਮੁੱਖ ਰੱਖ ਕੇ ਮੇਰੇ ਪਿਤਾ ਜੀ ਨੇ ਮੈਨੂੰ ਘਰੋਂ ਬਦਖਲ ਕਰ ਦਿੱਤਾ, ਮੇਰਾ ਬਾਈਕਾਟ ਕਰਤਾ, ਸੰਗਤ ਤੋਂ ਕਰਵਾ ਦਿੱਤਾ। ਗੁਰੂ ਨਾਨਕ ਦਾ ਘਰ ਐਸਾ, ਜੇ ਕੋਈ ਆ ਕੇ ਭੁੱਲ ਮੰਨ ਲੈ, ਭਾਵੇਂ ਕਿੱਡਾ ਗੁਨਾਹਗਾਰ ਹੋਵੇ, ਉਹਨੂੰ ਬਖਸ਼ ਦਿੰਦਾ ਅਤੇ ਗਾਹਾਂ ਭੁੱਲ ਨਾ ਕਰੇ। ਸੋ ਸਾਧ ਸੰਗਤ ਜੀ, ਰਾਮ ਰਾਏ ਜੀ ਨੂੰ ਸਤਿਗੁਰੂ ਜੀ ਨੇ ਕਿਹਾ ਅਸੀਂ ਬੇੜੀ ਵਿੱਚ ਸੈਲ ਕਰਾਂਗੇ।
ਉੱਥੇ ਤੂੰ ਉਧਰੋਂ ਆ ਜਾ, ਉਧਰੋਂ ਸਾਡੀ ਬੇੜੀ ਜਾਓ, ਫਿਰ ਇੱਕ ਬੇੜੀ ਵਿੱਚ ਸੈਲ ਕਰਾਂਗੇ। ਰਾਮ ਰਾਏ ਜੀ ਉਧਰੋਂ ਆ ਗਿਆ ਤੇ ਸਤਿਗੁਰੂ ਜੀ ਚਲੇ ਗਏ ਇੱਕ ਬੇੜੀ ਵਿੱਚ, ਫਿਰ ਇਕੱਤਰ ਹੋ ਗਏ। ਰਾਮ ਰਾਏ ਨੇ ਸਤਿਗੁਰਾਂ ਦੇ ਚਰਨ ਫੜ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਮੁਆਫੀ ਮੰਗੀ, ਮੈਨੂੰ ਬਖਸ਼ ਲਓ, ਆਪਣੇ ਘਰ ਵਿੱਚ ਜਗ੍ਹਾ ਦਿਓ। ਫਿਰ ਆਪਣਾ ਘਰ ਕਿਹੜਾ ਹੋਇਆ? ਗੁਰੂ ਕੇ ਚਰਨ ਸਾਧ ਸੰਗਤ ਹੋਇਆ ਨਾ। ਉਵੇਂ ਤਾਂ ਰਾਮ ਰਾਏ ਨੇ ਬੜੇ ਕਿਲੇ ਦੁਆਸਵੇਂ ਚੁਆਸਵੇਂ ਹਾਲੇ ਤੇ ਪਏ ਹੋਏ, ਜਾ ਕੇ ਵੇਖ ਸਕਦੇ, ਮੈਂ ਵੇਖੇ ਹਨ ਡੇਹਰਾਦੂਨ, ਇਹਦੇ ਪਲੰਗ ਵੀ ਪਏ ਹਨ, ਇਹਦਾ ਰਥ ਪਿਆ ਹੈ, ਹੋਰ ਕਈ ਚੀਜ਼ਾਂ ਹਨ ਉੱਥੇ ਮੌਜੂਦ ਹਨ। ਪਰ ਇਸ ਨੂੰ ਇੰਨਾ ਕੁਝ ਪਾ ਕੇ ਤਸੱਲੀ ਨਹੀਂ ਹੋਈ ਕਿ ਮੇਰਾ ਘਰ ਆ। ਇੰਨਾ ਅਨੁਭਵ ਕਰਦਾ ਰਿਹਾ ਵੀ ਮੇਰਾ ਅਸਲੀ ਘਰ ਸਾਧ ਸੰਗਤ ਹੈ। ਮੈਂ ਸਾਧ ਸੰਗਤ ਤੋਂ ਧੱਕਿਆ ਗਿਆ। ਸਾਧ ਸੰਗਤ ਜੀ ਨੇ ਖਿਮਾ ਮੰਗੀ, ਸਤਿਗੁਰੂ ਜੀ ਨੇ ਨੂੰ ਫਿਰ ਬਖਸ਼ ਲਿਆ ਔਰ ਬਚਨ ਕੀਤਾ, ਰਾਮ ਰਾਏ ਗੁਰੂਆਂ ਦਾ ਗੁਰੂ। ਸਤਿਗੁਰੂ ਨਹੀਂ ਕਿਹਾ, ਗੁਰੂਆਂ ਦਾ ਗੁਰੂ। ਇਹਦੀ ਸੰਗਤ ਜਿਹੜੀ ਸੀ ਮਹਾਰਾਜ ਵੱਲ ਪਿੱਠ ਕਰਕੇ ਖਲੋਤੀ ਰਹੀ। ਰਾਮ ਰਾਏ ਦੀ ਸੰਗਤ ਨੂੰ ਕਿਹਾ, ਰਾਮ ਰਾਏ ਗੁਰੂਆਂ ਦਾ ਗੁਰੂ, ਸੰਗਤ ਭੂਤ ਨੇ। ਗੱਜ ਕੇ ਬੋਲੋ ਸਤਿਨਾਮ। ਭਾਵ ਇਹ ਹੈ ਕਿ ਜਦੋਂ ਬੰਦਾ ਗੁਰੂ ਘਰ ਤੋਂ ਬੇਮੁਖ ਹੋ ਕੇ ਪਾਸੇ ਚਲੇ ਜਾਂਦਾ, ਉਹ ਭੁੱਲ ਜਾਂਦਾ। ਰਾਜ ਨੂੰ ਪਾ ਕੇ ਕੋਈ ਵੱਡਾ ਨਹੀਂ ਬਣਦਾ, ਅਮੀਰੀ ਨੂੰ ਪਾ ਕੇ ਕੋਈ ਵੱਡਾ ਨਹੀਂ ਬਣਦਾ। ਵੱਡਾ ਕਦੋਂ ਬਣਦਾ? ਜਦੋਂ ਇਹਨੂੰ ਗੁਰੂ ਘਰ ਪ੍ਰਾਪਤ ਹੋ ਜਾਂਦਾ। ਗੁਰੂ ਘਰ ਦੀ ਪ੍ਰਾਪਤੀ ਕੀ ਆ? ਨਿਰਮਾਣ ਹੋ ਕੇ ਗੁਰੂ ਕੇ ਚਰਨਾਂ ਦਾ ਸੇਵਾਦਾਰ ਬਣ ਜਾਂਦਾ। ਹਕਾਰ ਛੱਡ ਕੇ ਜਦੋਂ ਗੁਰੂ ਘਰ ਵਿੱਚ ਆ ਜਾਂਦਾ, ਹਕਾਰੀ ਆਦਮੀ ਗੁਰੂ ਘਰ 'ਚ ਆ ਨਹੀਂ ਸਕਦਾ। ਜੇ ਆ ਵੀ ਜਾਏਗਾ ਟੁਚਰਾਂ ਕਰੇਗਾ, ਸੰਗਤ ਤੇ ਕਿੰਤੂ ਪ੍ਰੰਤੂ ਕਰੀ ਜਾਏਗਾ, ਟੀਕਾ ਟਿੱਪਣੀਆਂ ਕਰੇਗਾ, ਕਾਲੇ ਅੱਖਰ ਬਹੁਤੇ ਲਿਖੀ ਚਲੇਗਾ। ਕਾਗਜ਼ ਚਿੱਟੇ ਜਿਹੜੇ ਕਾਲੇ ਅੱਖਰਾਂ ਨਾਲ ਕਾਲੇ ਕਰੇਗਾ, ਟੀਕਾ ਟਿੱਪਣੀਆਂ ਲਿਖ ਕਰਕੇ। ਸੋ ਇਹਦੇ ਵਿੱਚ ਉਹ ਖੂਬੀ ਸਮਝਦਾ। ਸੰਗਤ ਵਿੱਚ ਆਉਂਦਾ ਨਹੀਂ, ਸੰਗਤ ਵਿੱਚ ਆ ਕੇ ਕਿਸੇ ਵਿਚਾਰ ਨੂੰ ਸੁਣਦਾ ਨਹੀਂ, ਨਾ ਡਾਇਰੈਕਟ ਮਿਲ ਕਰਕੇ ਹੀ ਕੋਈ ਪਰਸਪਰ ਵਿਚਾਰ ਕਰਦਾ ਹੈ। ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਬਹੁਤ ਸਾਧ ਸੰਗਤ ਜੀ ਬੜੇ ਬੜੇ ਵਿਚਾਰ ਦਿੰਦਾ ਹੈ। ਸੋ ਇਸ ਪ੍ਰਕਾਰ ਦੀ ਉਹਦੀ ਕਿਰਿਆ ਹੋਇਆ ਕਰਦੀ ਹੈ। ਪਰੰਤੂ ਇਹ ਜਿਹੜਾ ਜੀਵ ਹੈ, ਗੁਰੂ ਨੂੰ ਛੱਡ ਕੇ ਬਹੁਤ ਪਾਸੇ ਹੁੰਦਾ ਤੁਰਿਆ ਜਾ ਰਿਹਾ। ਅੱਜ ਬੜੇ ਬੜੇ ਲੇਖ, ਬੜੇ ਬੜੇ ਮੈਗਜ਼ੀਨ, ਰਸਾਲੇ ਛਪ ਰਹੇ ਆ। ਕੋਈ ਆਪਣੀ ਮਨ ਮਰਜ਼ੀ ਨਾਲ ਕਿਹੋ ਜਿਹਾ ਲੇਖ ਦੇਈ ਜਾਂਦਾ, ਕੋਈ ਕਿਹੋ ਦੇਈ ਜਾਂਦਾ, ਕਿਉਂਕਿ ਦੁਨੀਆ ਬਹੁਤ ਰੰਗੀ ਆ ਨਾ। ਆਪੋ ਆਪਣਾ ਆਨੰਦ ਹਰੇਕ ਲੈ ਰਿਹਾ, ਉਹ ਇਸੇ ਗੱਲ 'ਚ ਹੀ ਆਨੰਦ ਮੰਨਦੇ ਹਨ ਕਿ ਟੀਕਾ ਟਿੱਪਣੀ ਕਰਨ 'ਚ ਹੀ ਬੜਾ ਆਨੰਦ ਹੈ। ਕਿਸੇ ਦੇ ਵਿਰੁੱਧ ਕੋਈ ਲੇਖ ਲਿਖਣ ਨਾਲ ਹੀ ਬੜਾ ਆਨੰਦ ਪ੍ਰਾਪਤ ਹੁੰਦਾ, ਉਹ ਇਹਦੇ 'ਚ ਆਨੰਦ ਮੰਨਦੇ ਹਨ। ਕਿਉਂਕਿ ਆਪੋ ਆਪਣੀ ਭਾਵਨਾ ਹੈ ਨਾ, ਜਿੰਨੀ ਕਿਸੇ ਦੀ ਭਾਵਨਾ ਹੈ ਉਹ ਆਪਣੇ ਮਨ ਨੂੰ ਸੰਤੁਸ਼ਟ ਕਰ ਰਿਹਾ। ਸੋ ਅਸਲੀ ਸੰਤੁਸ਼ਟੀ ਇਹਨਾਂ ਚੀਜ਼ਾਂ ਨਾਲ ਨਹੀਂ। ਅਸਲੀ ਸੰਤੁਸ਼ਟੀ ਤਾਂ ਉਦੋਂ ਹੋਣੀ ਹੈ ਜਦੋਂ ਸਤ ਸੰਗਤ ਵਿੱਚ ਆ ਕੇ ਬਾਣੀ ਦੀ ਕਥਾ, ਵਾਰਤਾ, ਕੀਰਤਨ, ਗੁਰੂ ਦੀ ਬਾਣੀ ਦਾ ਜਸ ਸੁਣੇਗਾ, ਸਿਮਰਨ ਕਰੇਗਾ, ਸੰਗਤ ਦੀ ਸੇਵਾ ਕਰੇਗਾ, ਪਰਉਪਕਾਰ ਕਰੇਗਾ ਔਰ ਬੁੱਧੀ ਦੀਆਂ ਦਲੀਲਬਾਜ਼ੀਆਂ ਨੂੰ ਛੱਡ ਦੇਵੇਗਾ, ਨਿਰਮਾਣ ਹੋ ਕੇ ਗੁਰੂ ਘਰ ਦਾ ਸੇਵਕ ਬਣ ਜਾਵੇਗਾ। ਫਿਰ ਇਹਨੂੰ ਕੁਝ ਪ੍ਰਾਪਤੀ ਹੋਵੇਗੀ। ਗੱਲਾਂ ਬਾਤਾਂ ਨਾਲ ਇਸ ਘਰ ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਗੱਲਾਂ ਬਾਤਾਂ ਨਾਲ ਨਹੀਂ ਕੁਝ ਵੀ ਪ੍ਰਾਪਤ ਹੁੰਦਾ। ਪ੍ਰਾਪਤੀ ਦਾ ਸਾਧ ਸੰਗਤ ਜੀ ਇਸ ਘਰ ਵਿੱਚ ਅਮਲ ਕਰਨੇ ਨਾ ਹੋਣੇ। ਕੋਈ ਬੰਦਾ ਦੂਏ ਤੇ ਟੀਕਾ ਟਿੱਪਣੀ ਕਰ ਸਕਦਾ, ਪਰ ਜੇ ਉਹਨੂੰ ਕਹੀਏ ਵੀ ਤੂੰ ਉਹਦੇ ਸਥਾਨ ਤੇ ਬਹਿ ਕੇ ਚੰਦ ਦਿਨ ਉਹ ਸੇਵਾ ਕਰਕੇ ਵਿਖਾ, ਉਹ ਕਰਨੀ ਬਹੁਤ ਔਖੀ ਹੈ। ਕਿਸੇ ਦੇ ਸਥਾਨ ਤੇ ਆ ਕੇ ਸੇਵਾ ਕਰਨੀ ਬਹੁਤ ਔਖੀ ਹੈ, ਪਰ ਟੀਕਾ ਟਿੱਪਣੀ ਕਰਨੀ ਬਹੁਤ ਸੌਖੀ ਹੈ। ਤੁਸੀਂ ਕਹੋ ਵੀ ਤੂੰ ਸੇਵਾ ਕਰ, ਫਿਰ ਪਤਾ ਲੱਗੇਗਾ ਤੂੰ ਉਹਦੇ ਨਾਲੋਂ ਕਿੰਨੀ ਕੁ ਚੰਗੀ ਕਰਦਾ। ਨਾਲੇ ਲੋਕ ਵੇਖ ਲੈਣਗੇ ਕਿ ਤੂੰ ਕਿੱਡਾ ਪਵਿੱਤਰ ਹੈ। ਸੇਵਾ ਆਪ ਕਰਨੀ ਪਵੇ ਨਾ, ਫਿਰ ਬੜੀ ਔਖੀ ਹੈ। ਦੂਏ ਨੂੰ ਜਿਹੜੇ ਭਲਵਾਨ ਘੁਲਦੇ ਹੁੰਦੇ ਆ, ਕਹਿੰਦਾ ਨਹੀਂ ਐਉਂ ਦਾ ਐਉਂ ਲਾ, ਪਰ ਅਖਾੜੇ ਵਿੱਚ ਆ ਕੇ ਆਪ ਕੁਸ਼ਤੀ ਕਰਨੀ ਪਵੇ, ਫਿਰ ਪਤਾ ਲੱਗਦਾ ਕਿ ਤੂੰ ਕਿੰਨੇ ਕੁ ਦਾ ਜਾਣਦਾ, ਤੇਰੇ ਸਰੀਰ 'ਚ ਕਿੰਨਾ ਕੁ ਬਲ ਹੈ, ਕੁਸ਼ਤੀ ਕਰਨ ਦੇ ਕਿੰਨੇ ਕੁ ਢੰਗ ਤੈਨੂੰ ਆਉਂਦੇ ਆ। ਇਸ ਕਰਕੇ ਸਾਧ ਸੰਗਤ ਜੀ ਵਿਚਾਰ ਦੂਏ ਪ੍ਰਤੀ ਘਿਰਣਾ ਦੇ ਪ੍ਰਗਟ ਕਰਨੇ ਬਹੁਤ ਸੌਖੇ, ਪਰ ਸਾਧ ਸੰਗਤ ਜੀ ਗੁਰਬਾਣੀ ਦਾ ਵਿਸ਼ਲੇਸ਼ਣ ਕਰਨਾ, ਅਰਥ ਵਿਚਾਰ ਕਰਨਾ, ਸੰਗਤਾਂ ਦੇ ਮਨਾਂ ਨੂੰ ਬਦਲਣਾ, ਉਹਨਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣੀ,
ਉਹਨਾਂ ਨੂੰ ਗੁਰੂ ਨਾਲ ਜੋੜਨਾ, ਉਹਨਾਂ ਵਿੱਚ ਪ੍ਰੇਮ ਪੈਦਾ ਕਰਨਾ, ਸ਼ਰਧਾ ਭਗਤੀ ਪੈਦਾ ਕਰਨੀ ਕੋਈ ਸੌਖੀ ਬਾਤ ਨਹੀਂ। ਰੋਜ਼ਾਨਾ ਸਾਧ ਸੰਗਤ ਤੁਹਾਡੇ ਗੁਰਦੁਆਰੇ ਵਿੱਚ ਕਥਾ ਹੁੰਦੀ, ਬੇਅੰਤ ਸੰਗਤਾਂ ਜੁੜਦੀਆਂ ਹਨ, ਅਕਸਰ ਇਹਨਾਂ ਦੇ ਮਨ ਨੂੰ ਸੰਤੁਸ਼ਟੀ ਹੁੰਦੀ ਤਾਂ ਆਉਂਦੀਆਂ ਹਨ ਨਾ, ਬਿਨਾਂ ਸੰਤੁਸ਼ਟੀ ਦਾ ਕੋਈ ਆਉਂਦਾ ਨਹੀਂ। ਕਾਰਾਂ ਦਾ ਤੁਸੀਂ ਤੇਲ ਫੂਕਦੇ ਹੋ, ਸਮਾਂ ਕੱਢਦੇ ਹੋ, ਫਿਰ ਲੰਮਾ ਸਮਾਂ ਬੈਠਦੇ ਹੋ, ਅਕਸਰ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਤੁਹਾਨੂੰ ਕਥਾ ਕੀਰਤਨ 'ਚ ਕੋਈ ਆਨੰਦ ਪ੍ਰਾਪਤ ਹੁੰਦਾ ਹੀ ਹੈ ਨਾ। ਸੋ ਆਨੰਦ ਹੈ ਆਪੋ ਆਪਣਾ, ਕਾਂ ਕਪੂਰ ਨਾ ਚੱਖੇ ਦੁਰਗੰਧ ਸਿਖਾਵੇ। ਜਿਹੜਾ ਕਪੂਰ ਹੈ ਉਹਨੂੰ ਕਾਂ ਨਹੀਂ ਚੱਖ ਸਕਦਾ, ਉਹਨੂੰ ਦੁਰਗੰਧੀ ਹੀ ਚੰਗੀ ਲੱਗਦੀ। ਇਸ ਤਰ੍ਹਾਂ ਜਿਹੜਾ ਗੁਰਬਾਣੀ ਦਾ ਆਨੰਦ ਹੈ ਇਹ ਵੀ ਸਾਧ ਸੰਗਤ ਜੀ ਉਹਨਾਂ ਨੂੰ ਹੀ ਪ੍ਰਾਪਤ ਹੋ ਸਕਦਾ ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਹੋਇਆ। ਸਤਿਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਹਨ, ਇਹ ਜੀਵ ਪਤਾ ਨਹੀਂ ਕਿੰਨਿਆਂ ਕੁ ਜਨਮਾਂ ਦਾ ਉਸ ਵਾਹਿਗੁਰੂ ਨੂੰ ਭੁੱਲਿਆ ਹੋਇਆ ਬਗਾਨਿਆਂ ਘਰਾਂ ਵਿੱਚ ਤੁਰਿਆ ਫਿਰਦਾ। 84 ਲੱਖ ਜੂਨਾਂ ਰੂਪੀ ਵੀ ਘਰ ਹਨ, ਕਦੀ ਕਿਸੇ ਜੂਨ ਵਿੱਚ ਚਲੇ ਜਾਂਦਾ, ਕਈ ਜਨਮ ਭਇਓ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਸਰਪ ਬਿਰਖ ਹੈਬਰ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ। ਤੇ ਜਦੋਂ ਇਹਨੂੰ ਸੋਝੀ ਆਉਂਦੀ ਹੈ ਫਿਰ ਸਾਧ ਸੰਗਤ ਜੰਮਣਾ ਮਰਨਾ ਮਿਟ ਜਾਂਦਾ ਹੈ, ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਂਦਾ ਹੈ। ਘਰ ਆਇਆ ਪੂਰਾ ਗੁਰ ਆਣਿਆ, ਇਹ ਆਪਣੇ ਸਰੂਪ ਰੂਪੀ ਘਰ ਆਤਮ ਪਦ ਵਿੱਚ ਆ ਗਿਆ ਹੈ ਤੇ ਪੂਰੇ ਗੁਰੂ ਨੇ ਆਤਮਾ ਦਾ ਗਿਆਨ ਦੇ ਕੇ ਇਸ ਨੂੰ ਸੱਚਖੰਡ ਰੂਪੀ ਘਰ ਵਿੱਚ ਲੈ ਆਂਦਾ ਹੈ। ਇਹ ਸਾਧ ਸੰਗਤ ਜੀ ਅੱਜ ਦੀ ਪਰਮ ਪਵਿੱਤਰ ਗੁਰਬਾਣੀ ਦੇ ਵਿਆਖਿਆ ਰੂਪੀ ਉਪਦੇਸ਼ ਸਨ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਆਪਣੀ ਪਵਿੱਤਰ ਗੁਰਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ। ਇਹ ਅੰਮ੍ਰਿਤ ਸਾਧ ਸੰਗਤ ਜੀ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ, ਤਾਂ ਜੋ ਸਾਡੀ ਸਤਿਗੁਰਾਂ ਨਾਲ ਬਾਣ ਆਵੇ ਔਰ ਸਾਡੇ ਮਨ ਵਿੱਚ ਸ਼ਰਧਾ ਦੀ ਤਰੇੜ ਨਾ ਪਵੇ, ਸਾਡੇ ਮਨ 'ਚੋਂ ਭਗਤੀ ਤੇ ਪਿਆਰ ਨਾ ਘਟੇ, ਅਸੀਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਨਿਤਨੇਮ ਦਾ ਬਲ, ਸਿਮਰਨ ਦਾ ਬਲ, ਸਤਸੰਗ ਕਰਨ ਦਾ ਬਲ, ਸੇਵਾ ਤੇ ਪਰਉਪਕਾਰ ਦਾ ਬਲ ਬਖਸ਼ਿਸ਼ ਕਰਦੇ ਰਹਿਣ। ਇੰਨੀਆਂ ਬੇਨਤੀਆਂ ਦੁਆਰਾ ਦਾਸ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਨ ਅਤੇ ਖਿਮਾ ਦੇ ਜਾਚਕ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।